ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਹਰਿ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀ। ਜਲ ਤੇ ਉਪਜ ਤਰੰਗ, ਜਲ ਹੀ ਵਿਖੇ ਸਮਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਦੁਰਤ ਗਵਾਇਆ ਹਰਿ ਪ੍ਰਭ ਆਪੇ, ਸਭ ਸੰਸਾਰ ਉਬਾਰਿਆ। ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਆਪਣਾ ਬਿਰਦ ਸਮਾਰਿਆ। ਦੁਰਤ ਗਵਾਇਆ ਹਰਿ ਪ੍ਰਭ ਆਪੇ, ਸਭ ਸੰਸਾਰ ਉਬਾਰਿਆ। ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਆਪਣਾ ਬਿਰਦ ਸਮਾਰਿਆ। ਹੋਈ ਰਾਜੇ ਰਾਮ ਕੀ ਰਖਵਾਲੀ, ਸੂਖ ਸਹਿਜ ਆਨੰਦ ਗੁਣ ਗਾਵਹੁ। ਮਨ ਤਨ ਦੇਹ ਸੁਖਾਲੀ ਰਹਾਉ। ਪਤਿਤ ਉਦਾਹਰਣ ਸਤਿਗੁਰ ਮੇਰਾ, ਮੋਹਿ ਤਿਸ ਕਾ ਪਰਵਾਸਾ। ਬਖਸ਼ ਲਏ ਸਭ ਸੱਚੈ ਸਾਹਿਬ, ਸੁਣ ਨਾਨਕ ਕੀ ਅਰਦਾਸਾ। ਪਤਿਤ ਉਦਾਹਰਣ ਸਤਿਗੁਰ ਮੇਰਾ, ਬਖਸ਼ ਲਏ ਸਭ ਸੱਚੈ ਸਾਹਿਬ, ਸੁਣ ਨਾਨਕ ਕੀ ਅਰਦਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਰਤ ਗਵਾਇਆ ਹਰਿ ਪ੍ਰਭ ਆਪੇ, ਸਭ ਸੰਸਾਰ ਉਬਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸੰਗਤਾਂ ਨੂੰ ਭਲੀ ਭਾਂਤ ਵਿਦਤ ਹੈ, ਪੰਚਮ ਪਾਤਸ਼ਾਹ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ ਮਹਾਨ ਪਰਉਪਕਾਰੀ ਸਤਿਗੁਰੂ, ਜੋ ਪਹਿਲੇ ਗੁਰੂ ਸ਼ਹੀਦ ਹੋਏ, ਜਿਨ੍ਹਾਂ ਨੂੰ ਸ਼ਹੀਦਾਂ ਦੇ ਸਰਤਾਜ ਆਖਿਆ ਜਾਂਦਾ ਹੈ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦਾ ਪਾਵਨ ਸ਼ਹੀਦੀ ਪੁਰਬ ਸੰਗਤਾਂ ਬੜੇ ਵੈਰਾਗ ਅਤੇ ਪਿਆਰ ਦੇ ਨਾਲ ਮਨਾ ਰਹੀਆਂ ਹਨ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਰੇ ਭੱਟਾਂ ਨੇ ਲਿਖਿਆ ਹੈ, ਗੁਰ ਅਰਜਨ ਘਰ ਗੁਰ ਰਾਮਦਾਸ, ਭਗਤ ਉਤਰ ਆਇਓ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਵਿੱਚ ਭਗਤ ਰੂਪ ਹੋ ਕੇ ਪ੍ਰਗਟ ਹੋਏ। ਫਿਰ ਭੱਟਾਂ ਨੇ ਹਜ਼ੂਰ ਦੇ ਬਾਰੇ ਅੱਗੇ ਚੱਲ ਕੇ ਫਰਮਾਇਆ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕੱਲ ਜੋੜ ਕਰ ਸੁਜਸ ਵਖਾਣਿਓ। ਐ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਜਨਮ ਲੈਣ ਸਾਰ ਹੀ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਕੀਤਾ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪੂਰਨ ਰੂਪ ਦੇ ਵਿੱਚ ਪਛਾਣਿਆ
ਜਨਮ ਤੋਂ ਹੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬ੍ਰਹਮ ਗਿਆਨੀ ਹੋਏ। ਬ੍ਰਹਮ ਗਿਆਨੀ ਦੀ ਅਵਸਥਾ ਦੇ ਬਾਰੇ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਿਆ ਹੈ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਫਿਰ ਸੁਖਮਨੀ ਸਾਹਿਬ ਬਾਣੀ ਦੀ ਅੰਦਰ ਹੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬ੍ਰਹਮ ਗਿਆਨੀ ਦਾ ਰੁਤਬਾ ਬਹੁਤ ਉੱਚਾ ਦਰਸਾਇਆ। ਬ੍ਰਹਮ ਗਿਆਨੀ ਕੋ ਖੋਜਾ ਹੈ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਬ੍ਰਹਮ ਗਿਆਨੀ ਦਾ ਰੁਤਬਾ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵਰਗੇ ਦੇਵਤਿਆਂ ਨਾਲੋਂ ਵੀ ਉੱਚਾ ਹੈ। ਕਿਉਂ? ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਬ੍ਰਹਮ ਗਿਆਨੀ ਦਾ ਆਪ ਆਪਾ ਪਰਮੇਸ਼ਰ ਦੇ ਵਿੱਚ ਆਪੇਦ ਹੋ ਜਾਂਦਾ ਹੈ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਹ ਦੇਵਤੇ ਵਾਹਿਗੁਰੂ ਵਿੱਚ ਆਪੇਦ ਨਹੀਂ ਹੋਏ, ਇਹ ਉਸ ਤੋਂ ਵੱਖਰੇ ਰਹਿੰਦੇ ਨੇ। ਇਹਨਾਂ ਦੇ ਲਈ ਜਨਮ ਵੀ ਹੈ ਤੇ ਮੌਤ ਵੀ ਹੈ। ਔਰ ਬ੍ਰਹਮ ਗਿਆਨੀ ਵਾਹਿਗੁਰੂ ਵਿੱਚ ਆਪੇਦ ਹੋ ਜਾਂਦੇ ਨੇ। ਇਸ ਲਈ ਫਿਰ ਉੱਥੇ ਨਾ ਜਨਮ ਤੇ ਨਾ ਮੌਤ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਉਹ ਅਵਸਥਾ ਬ੍ਰਹਮ ਗਿਆਨੀ ਦੀ ਬਣ ਜਾਂਦੀ ਹੈ। ਹੁਣ ਤੀਸਰੇ ਨੰਬਰ ਤੇ ਜਾ ਕੇ ਭੱਟਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਰੇ ਇਹ ਬਚਨ ਕਹਿ ਦਿੱਤੇ, ਇਹ ਦੁਨੀਆ ਦੇ ਲੋਗੋ, ਜੇ ਕਿਸੇ ਨੇ ਉਸ ਪਰਮੇਸ਼ਰ ਦੇ ਦੀਦਾਰ ਕਰਨੇ ਹਨ, ਆਓ ਸਾਡੇ ਪਾਸ, ਅਸੀਂ ਤੁਹਾਨੂੰ ਉਸ ਰੱਬ ਦੇ ਦੀਦਾਰ ਕਰਵਾਈਏ। ਜਦੋਂ ਇਹ ਗੱਲ ਲੋਕਾਂ ਨੇ ਸੁਣੀ, ਉਹਨਾਂ ਆ ਕੇ ਭੱਟਾਂ ਨੂੰ ਪੁੱਛਿਆ, ਅਸੀਂ ਰੱਬ ਦੇਖਣਾ ਹੈ। ਤਾਂ ਮਥੁਰਾ ਭੱਟ ਜੀ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਦੇ ਰੂਬਰੋ ਲੈ ਜਾਂਦੇ ਹਨ। ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਚੌਰ ਦੀ ਸੇਵਾ ਕਰ ਰਹੇ ਸਨ। ਉਹਨਾਂ ਦੇ ਸਨਮੁਖ ਖਲੋ ਕੇ ਮਥੁਰਾ ਭੱਟ ਜੀ ਨੇ ਇਹ ਲੁਗਾਈ ਨੂੰ ਸੰਦੇਸ਼ ਦਿੱਤਾ, ਤਾਰਨ ਗਗਨ ਨਾ ਵਖੰਡ ਮਹਿ, ਜੋਤ ਸਵਰੂਪੀ ਰਹਿਓ ਪਰ, ਪਣ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਬਈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪ੍ਰਤੱਖ ਪਰਮੇਸ਼ਰ ਦਾ ਸਰੂਪ ਨੇ। ਇਹਦੇ ਵਿੱਚ ਰਾਈ ਜਿੰਨਾ ਵੀ ਫਰਕ ਨਾ ਸਮਝੋ। ਕਿਉਂ? ਜਦੋਂ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜੀਵਨ ਇਤਿਹਾਸ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਉਹ ਕਿੰਨੇ ਪਰਉਪਕਾਰੀ ਸਨ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਵੱਡਾ ਪਰਉਪਕਾਰ ਇਹ ਕੀਤਾ ਹੈ, ਇਸ ਧਰਤੀ ਤੇ ਇੱਕ ਪਾਵਨ ਰਾਜ ਤੀਰਥ ਦੀ ਸਿਰਜਣਾ ਕੀਤੀ। ਰਾਜ ਤੀਰਥ ਦੀ, ਉਹ ਰਾਜ ਤੀਰਥ ਕਿਹੜਾ ਹੈ ਜਿਹਦੇ ਬਾਰੇ ਉਹਨਾਂ ਨੇ ਖੁਦ ਆਪਣੀ ਬਾਣੀ ਵਿੱਚ ਫਰਮਾਇਆ ਹੈ, ਡਿਠੇ ਸਭੇ ਠਾਗ ਨਹੀਂ ਤੁਧ ਜਿਹਿਆ, ਬੱਧ ਹੋ ਪੁਰਖ ਵਿਧਾਤੈ, ਤਾਂ ਤੂੰ ਸੋਹਿਆ, ਬਸਦੀ ਸਗਨੇ ਅਪਾਰ, ਅਨੂਪ ਰਾਮਦਾਸ ਪੁਰ, ਹਰਹਾ ਨਾਨਕ ਕਸਮਲ ਜਾਏ, ਨਾਇ ਰਾਮਦਾਸ ਸਰ। ਹਰਹਾ ਨਾਨਕ ਕਸਮਲ ਜਾਏ, ਨਾਇ ਰਾਮਦਾਸ ਸਰ। ਰਾਮਦਾਸ ਸਰ ਕਿਹਨੂੰ ਆਖਿਆ? ਉਹ ਸਰੋਵਰ ਜਿਸ ਦੀ ਸਿਰਜਣਾ ਗੁਰੂ ਰਾਮਦਾਸ ਮਹਾਰਾਜ ਨੇ ਕੀਤੀ।
ਉਹ ਕਿਹੜਾ ਸਰੋਵਰ ਹੈ ਜਿਹਦੇ ਵਿੱਚ ਬਾਰ-ਬਾਰ ਲਿਖਿਆ ਹੋਇਆ ਹੈ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰ ਪੂਰਾ ਕੀਨੇ ਦਾਨਾ। ਉਹ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ। ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ, ਕਉਆ ਹੰਸ ਹੋ ਹੈ। ਇਹ ਉਸ ਪਾਵਨ ਅੰਮ੍ਰਿਤਸਰ ਸਰੋਵਰ ਦੀ ਮਹਿਮਾ ਹੈ। ਭਾਵੇਂ ਇਸ ਦੀ ਸ਼ੁਰੂਆਤ ਗੁਰੂ ਰਾਮਦਾਸ ਮਹਾਰਾਜ ਨੇ ਕੀਤੀ, ਜਿਸ ਦੀ ਗਵਾਹੀ ਭਾਈ ਗੁਰਦਾਸ ਜੀ ਦਿੰਦੇ ਹਨ। ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ, ਬੈਠਾ ਸੋਢੀ ਪਾਤਸ਼ਾਹੋ, ਰਾਮਦਾਸ ਸਤਿਗੁਰੂ ਕਹਾਵੈ। ਗੁਰੂ ਰਾਮਦਾਸ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਦੀ ਡਿਊਟੀ ਲਾ ਗਏ ਸਨ। ਤੁਸਾਂ ਇਸ ਸਰੋਵਰ ਦੀ ਸੇਵਾ ਸੰਪੂਰਨ ਕਰਨੀ ਹੈ ਤੇ ਇਸ ਦੇ ਨਾਲ ਨਾਲ ਇਸ ਦੀਆਂ ਪੌੜੀਆਂ ਪੱਕੀਆਂ ਬਣਾਉਣੀਆਂ ਤੇ ਨਾਲ ਪ੍ਰਕਰਮਾ ਵੀ ਪ੍ਰਕਰਮਾ ਵੀ ਪੱਕੀ ਬਣਾਉਣੀ ਹੈ। ਫਿਰ ਨਾਲ ਇਹ ਵੀ ਇਸ਼ਾਰਾ ਕਰ ਗਏ, ਇਸ ਪਾਵਨ ਅੰਮ੍ਰਿਤਸਰ ਸਰੋਵਰ ਦੇ ਅੰਦਰ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਸਥਾਪਨਾ ਕਰਨੀ ਹੈ ਤੇ ਉਸ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੁਰ ਕੀ ਬਾਣੀ ਦਾ ਆਗਾਜ਼ ਕਰਨਾ। ਉੱਥੇ ਦੇਹਧਾਰੀ ਦੀ ਪੂਜਾ ਨਹੀਂ ਹੋਵੇਗੀ। ਇਹ ਸਾਰਾ ਕੁਝ ਪਹਿਲਾਂ ਹੀ ਸਮਝਾ ਗਏ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਸਰੋਵਰ ਦੀ ਸੇਵਾ ਸੰਪੂਰਨ ਕੀਤੀ, ਫਿਰ ਉਸ ਤੋਂ ਬਾਅਦ ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵੈ ਰਾਮ। ਪੁਰਾਣੇ ਸਿੱਖ ਸ਼੍ਰੀ ਹਰਿਮੰਦਰ ਸਾਹਿਬ ਵੀ ਆਖਦੇ ਸਨ, ਪਰ ਹੁਣ ਸ਼੍ਰੀ ਦਰਬਾਰ ਸਾਹਿਬ ਦੇ ਨਾਮ ਦੇ ਨਾਲ ਸੰਗਤਾਂ ਸੰਬੋਧਨ ਵੀ ਕਰਦੀਆਂ ਨੇ। ਪਰ ਹਰਿਮੰਦਰ ਸਾਹਿਬ ਦਾ ਨਾਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਹੈ, ਇਸ ਲਈ ਕਈ ਲੋਕ ਇਸ 'ਤੇ ਕਿੰਤੂ ਵੀ ਕਰਦੇ ਨੇ। ਦਰਬਾਰ ਸਾਹਿਬ ਵੀ ਕਹਿਣਾ ਚਾਹੀਦਾ ਹਰਿਮੰਦਰ ਸਾਹਿਬ ਨੇ, ਪਰ ਇਹਦੇ ਪਿੱਛੇ ਜਿਹੜਾ ਅਸਲੀ ਕਾਰਨ ਹੈ ਉਹ ਤਾਂ ਸਮਝੋ, ਫਿਰ ਕਿੰਤੂ ਪਰੰਤੂ ਕਰ ਲਵੋ। ਉਹ ਕਾਰਨ ਕੀ ਹੈ? ਜਦੋਂ ਆਪਾਂ ਸਾਰੀ ਧਰਤੀ 'ਤੇ ਸਾਰੀ ਦੁਨੀਆ ਦੇ ਵਿੱਚ ਚੱਕਰ ਲਾਵਾਂਗੇ, ਤੁਹਾਨੂੰ ਬਹੁਤ ਸਾਰੇ ਦੇਵੀ ਦੇਵਤਿਆਂ ਦੇ ਮੰਦਰ ਮਿਲਣਗੇ। ਸਭ ਤੋਂ ਵਧੇਰੇ ਸ਼ਿਵ ਜੀ ਦੇ ਮੰਦਰ ਨੇ। ਦੂਸਰੇ ਨੰਬਰ 'ਤੇ ਵਿਸ਼ਨੂੰ ਜੀ ਦੇ ਕੁਝ ਮੰਦਰ ਨੇ। ਬ੍ਰਹਮਾ ਦਾ ਇੱਕੋ ਹੀ ਮੰਦਰ ਹੈ ਦੁਨੀਆ ਦੇ ਵਿੱਚ, ਤੇ ਬਾਕੀ ਦੇਵੀਆਂ ਦੇ ਮੰਦਰ ਨੇ, ਭੈਰੋਂ ਦੇ ਮੰਦਰ ਨੇ, ਸ਼ਨੀ ਦੇ ਮੰਦਰ ਨੇ, ਹਨੂਮਾਨ ਦੇ ਮੰਦਰ ਨੇ, ਹੋਰ ਮੰਦਰ ਬਥੇਰੇ ਤੁਹਾਨੂੰ ਮਿਲਣਗੇ। ਦੇਵੀ ਦੇਵਤਿਆਂ ਦੇ ਮੰਦਰ, ਇਸ ਤੋਂ ਇਲਾਵਾ ਮਸਜਿਦ, ਚਰਚ, ਬੋਧੀਆਂ ਦੇ ਤੇ ਯੋਗੀਆਂ ਦੇ ਮੱਠ, ਇਹ ਵੀ ਤੁਹਾਨੂੰ ਬਹੁਤ ਮਿਲ ਜਾਣਗੇ। ਪਰ ਦੁਨੀਆ ਦੇ ਵਿੱਚ ਕੋਈ ਐਸਾ ਹਾਲੇ ਮੰਦਰ ਦਾ ਨਿਰਮਾਣ ਨਹੀਂ ਸੀ ਹੋਇਆ ਜਿਸ ਦੇ ਨਾਮ ਦੇ ਨਾਲ ਵਾਹਿਗੁਰੂ ਦਾ ਨਾਮ ਜੁੜਿਆ ਹੋਵੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਗੱਲ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਕੀਤੀ। ਉਹ ਜਿਸ ਰੱਬ ਨੇ ਸਾਡੇ ਤੇ ਏਡੇ ਵੱਡੇ ਪਰਉਪਕਾਰ ਕੀਤੇ ਹੋਣ, ਉਹਦਾ ਇੱਕ ਵੀ ਘਰ ਨਾ ਹੋਵੇ ਦੁਨੀਆ ਦੇ ਵਿੱਚ, ਇਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਚ ਵਿਚਾਰ ਕਰਨ ਤੋਂ ਬਾਅਦ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਤਾਮੀਰ ਕੀਤੀ। ਤੇ ਫਿਰ ਨਾਲ ਇਹ ਵੀ ਦੱਸਿਆ, ਇਹ ਸ਼੍ਰੀ ਹਰਿਮੰਦਰ ਸਾਹਿਬ ਰੱਬ ਦਾ ਘਰ ਹੈ, ਜਿਸ ਦੀ ਸੇਵਾ ਲਈ ਉਸ ਨੂੰ ਖੁਦ ਆਉਣਾ ਵੀ ਪਿਆ। ਇਹਦਾ ਵੀ ਜ਼ਿਕਰ ਉਹਨਾਂ ਨੇ ਆਪਣੀ ਤੁਰਕੀ ਬਾਣੀ ਵਿੱਚ ਕੀਤਾ ਹੈ।
ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਹੁਣ ਉਹ ਕਰ ਜਿੱਥੇ ਰੱਬ ਸੇਵਾ ਕਰਨ ਲਈ ਆਇਆ ਹੋਵੇ, ਇੱਕੋ ਹੀ ਉਹ ਮੰਦਰ ਹੈ ਸ਼੍ਰੀ ਹਰਿਮੰਦਰ ਸਾਹਿਬ। ਆਪਣੇ ਘਰ ਦੀ ਉਸਾਰੀ ਵੀ ਉਸਨੇ ਆਪ ਕੀਤੀ। ਹੋਰ ਇਸ ਤੋਂ ਵੱਡੀ ਹੋਰ ਮਹਾਨਤਾ ਕੀ ਹੋ ਸਕਦੀ ਹੈ? ਸੋ ਰਹੁ ਵਿਚਾਰ। ਗੁਰੂ ਅਰਜਨ ਦੇਵ ਮਹਾਰਾਜ ਨੇ ਪਹਿਲਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸਥਾਪਨਾ ਕੀਤੀ, ਫਿਰ ਉਸ ਦੇ ਅੰਦਰ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਤਾਮੀਰ ਕੀਤੀ। ਫਿਰ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਤਿਆਰ ਹੋ ਗਿਆ, ਹਾਜ਼ੂਰ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ। 1661 ਬਿਕਰਮੀ ਨੂੰ ਭਾਦਰੋਂ ਸੁਦੀ ਏਕਮ ਵਾਲੇ ਦਿਨ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਉਸ ਰੱਬ ਦੇ ਘਰ ਦੇ ਵਿੱਚ ਧੁਰ ਕੀ ਬਾਣੀ ਦਾ ਪ੍ਰਕਾਸ਼ ਕੀਤਾ। ਤੇ ਧੁਰ ਕੀ ਬਾਣੀ ਦਾ ਪ੍ਰਕਾਸ਼ ਕਰਕੇ ਤੇ ਗੁਰੂ ਮਹਾਰਾਜ ਨੇ ਸ਼ੁਰੂ ਤੋਂ ਲੈ ਕੇ ਹਮੇਸ਼ਾ ਲਈ ਇਹ ਮਰਜ਼ਾਦਾ ਬਣਾ ਦਿੱਤੀ ਕਿ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਕੇਵਲ ਧੁਰ ਕੀ ਬਾਣੀ ਦਾ ਹੀ ਪ੍ਰਕਾਸ਼ ਹੋਵੇਗਾ, ਉਹਦਾ ਆਗਾਜ਼ ਹੋਵੇਗਾ, ਉਸ ਦਾ ਕੀਰਤਨ ਹੋਵੇਗਾ, ਬਾਣੀ ਪੜ੍ਹੀ ਜਾਵੇਗੀ। ਇਸ ਤੋਂ ਬਿਨਾਂ ਇਸ ਰੱਬ ਦੇ ਘਰ ਦੇ ਵਿੱਚ ਦੂਜੀ ਗੱਲ ਨਹੀਂ ਹੋਵੇਗੀ। ਹੁਣ ਇਹ ਵੀ ਤੁਸੀਂ ਧਿਆਨ ਦੇ ਨਾਲ ਵੇਖ ਸਕਦੇ ਹੋ। ਬਾਕੀ ਜਿਹੜੇ ਹੋਰ ਸਾਡੇ ਇਤਿਹਾਸਕ ਅਸਥਾਨ ਨੇ, ਉੱਥੇ ਕਥਾ ਵੀ ਹੁੰਦੀ ਹੈ, ਢਾਡੀ ਦਰਬਾਰ ਵੀ ਹੁੰਦੇ ਨੇ, ਕਵੀ ਦਰਬਾਰ ਵੀ ਸਜਦੇ ਨੇ, ਪਰ ਕੇਵਲ ਸ਼੍ਰੀ ਹਰਿਮੰਦਰ ਸਾਹਿਬ ਹੈ ਜਿੱਥੇ ਸਵਾਏ ਹੁਕਮਨਾਮਾ ਤੇ ਧੁਰ ਕੀ ਬਾਣੀ ਦਾ ਪਾਠ ਤੇ ਇਲਾਹੀ ਬਾਣੀ ਦਾ ਕੀਰਤਨ, ਇਸ ਤੋਂ ਬਿਨਾਂ ਹੋਰ ਉੱਥੇ ਕੋਈ ਕਥਾ ਪ੍ਰਚਾਰ, ਢਾਡੀ ਵਾਰਾਂ ਜਾਂ ਕਵਿਤਾ ਵੀ ਗਾਇਨ ਨਹੀਂ ਕੀਤੀ ਜਾਂਦੀ। ਹਾਂ, ਇੱਕ ਪੰਥ ਦੀ ਮਰਜ਼ਾਦਾ ਵਿੱਚ ਇਹ ਗੱਲ ਜ਼ਰੂਰ ਲਿਖੀ ਹੋਈ ਹੈ, ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪੰਥ ਪ੍ਰਵਾਨਿਤ ਬਾਣੀਆਂ ਨੂੰ ਹੀ ਗਾਇਆ ਜਾ ਸਕਦਾ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ, ਇਹਦਾ ਕੀਰਤਨ ਹੁੰਦਾ। ਦੂਸਰੇ ਨੰਬਰ ਤੇ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਉਹ ਪੜ੍ਹੀ ਜਾ ਸਕਦੀ ਹੈ ਤੇ ਰਾਗੀ ਸਿੰਘ ਪੜ੍ਹਦੇ ਵੀ ਨੇ, ਕਈ ਉਸ 'ਤੇ ਕਿੰਤੂ ਪਰੰਤੂ ਵੀ ਕਰਦੇ ਨੇ, ਵੱਖਰੀ ਗੱਲ ਹੈ, ਪਰ ਇਹ ਪੰਥ ਦਾ ਫੈਸਲਾ ਹੈ। ਤੀਸਰੇ ਨੰਬਰ ਤੇ ਭਾਈ ਗੁਰਦਾਸ ਜੀ ਦੀ ਬਾਣੀ, ਚੌਥੇ ਨੰਬਰ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਉੱਥੇ ਪੜ੍ਹੀ ਤੇ ਗਾਈ ਜਾ ਸਕਦੀ ਹੈ। ਇਸ ਤੋਂ ਬਿਨਾਂ ਹੋਰ ਕਿਸੇ ਬਾਣੀ ਦਾ ਉੱਥੇ ਗਾਇਨ ਨਹੀਂ ਕੀਤਾ ਜਾ ਸਕਦਾ। ਇਹ ਮਰਜ਼ਾਦਾ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਹੈ। ਸੋ ਰਹੁ ਵਿਚਾਰ। ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਾਡੇ 'ਤੇ ਮਹਾਨ ਪਰਉਪਕਾਰ ਕੀਤੇ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦਾ ਨਾਮ ਸੰਗਤਾਂ ਵਿੱਚ ਪ੍ਰਸਿੱਧ ਹੋਇਆ, ਪਰ ਅੰਮ੍ਰਿਤਸਰ ਸਰੋਵਰ ਦਾ ਨਾਮ ਹੀ ਹੈ। ਉਹ ਸਰੋਵਰ ਦੇ ਕਾਰਨ ਸ਼ਹਿਰ ਦਾ ਨਾਮ ਵੀ ਅੰਮ੍ਰਿਤਸਰ ਸਾਹਿਬ ਆਮ ਸੰਗਤਾਂ ਵਿੱਚ ਹੁਣ ਪ੍ਰਚਲਿਤ ਹੋ ਗਿਆ, ਪਰ ਪਹਿਲਾਂ ਇਸ ਦਾ ਨਾਮ ਗੁਰੂ ਕਾ ਚੱਕ ਸੀ, ਫਿਰ ਰਾਮਦਾਸਪੁਰੇ ਦਾ ਨਾਮ ਸੀ, ਪਰ ਹੁਣ ਸੰਗਤਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵੀ ਸਾਰੀਆਂ ਕਹਿਣ ਲੱਗ ਪਈਆਂ। ਸੋ ਰਹੁ ਵਿਚਾਰੇ ਤੇ ਇਤਿਹਾਸਕ ਕੁਛ ਵਿਚਾਰਾਂ ਨੇ। ਇਹ ਗੁਰੂ ਅਰਜਨ ਦੇਵ ਮਹਾਰਾਜ ਦੇ ਪਰਉਪਕਾਰ ਸਨ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਸ਼੍ਰੀ ਅੰਮ੍ਰਿਤਸਰ ਸਾਹਿਬ ਸਿੱਖੀ ਦਾ ਕੇਂਦਰੀ ਸਥਾਨ ਬਣਿਆ ਤੇ ਇਸ ਕੇਂਦਰੀ ਸਥਾਨ ਦੇ ਉੱਤੇ ਬਹੁ ਗਿਣਤੀ ਵਿੱਚ ਸੰਗਤਾਂ ਇਕੱਤਰ ਹੋਣ ਲੱਗੀਆਂ ਤੇ ਇਸ ਤੋਂ ਜਿਹੜੇ ਸਿੱਖ ਧਰਮ ਵਿਰੋਧੀ ਸ਼ਕਤੀਆਂ ਸਨ, ਏਜੰਸੀਆਂ ਸਨ, ਉਹਨਾਂ ਨੂੰ ਫਿਕਰ ਵੀ ਪਿਆ। ਤੂਜ ਕੇ ਜਹਾਂਗੀਰੀ ਵਿੱਚ ਜਹਾਂਗੀਰ ਬਾਦਸ਼ਾਹ ਖੁਦ ਲਿਖਦੇ
ਜਿਸ ਦੀ ਵਿਦਵਾਨਾਂ ਨੇ ਕੁਝ ਸਮਾਂ ਪਹਿਲਾਂ ਖੋਜ ਕੀਤੀ। ਉਹ ਕੀ ਲਿਖਦਾ ਹੈ? ਤੋਜ ਕੇ ਜਹਾਂਗੀਰੀ ਵਿੱਚ ਜਹਾਂਗੀਰ ਬਾਦਸ਼ਾਹ ਲਿਖਦਾ ਹੈ ਕਿ ਪੰਜਾਬ ਦੀ ਧਰਤੀ 'ਤੇ ਇਹ ਗੋਇੰਦਵਾਲ ਬਿਆਸ ਦਰਿਆ ਦੇ ਉੱਤੇ ਨਵਾਂ ਨਗਰ ਆਬਾਦ ਹੋਇਆ। ਉਸ ਨਗਰ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦਾ ਨਾਮ ਉਸਨੇ ਅਰਜਨ ਮੱਲ ਲਿਖਿਆ ਵੀ ਉੱਥੇ ਇੱਕ ਅਰਜਨ ਮੱਲ ਨਾਮ ਦਾ ਕੋਈ ਸ਼ਖਸ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ ਤੇ ਉਹਨੇ ਉੱਥੇ ਕੁਫਰ ਦੀ ਦੁਕਾਨ ਸ਼ਬਦ ਵਰਤਿਆ ਵੀ ਕੁਫਰ ਦੀ ਦੁਕਾਨ ਉਸਨੇ ਖੋਲ੍ਹੀ ਹੋਈ ਹੈ, ਕਿਉਂਕਿ ਉਹ ਕੱਟੜ ਤੇ ਤਵਸਬੀ ਜਹਾਂਗੀਰ ਬਾਦਸ਼ਾਹ ਸੀ। ਉਹਦੀ ਜ਼ੁਬਾਨ ਦੇ ਵਿੱਚੋਂ ਇਹੀ ਸ਼ਬਦ ਹੀ ਨਿਕਲ ਸਕਦੇ ਸਨ ਵੀ ਗੋਇੰਦਵਾਲ ਬਿਆਸ ਦਰਿਆ ਦੇ ਪਤਨ ਤੇ ਇੱਕ ਅਰਜਨ ਮੱਲ ਦੇ ਨਾਮ ਦੇ ਵਿਅਕਤੀ ਨੇ ਕੁਫਰ ਦੀ ਦੁਕਾਨ ਖੋਲ੍ਹੀ ਹੋਈ ਹੈ ਤੇ ਜਿਸ ਦੇ ਮਗਰ ਹਜ਼ਾਰਾਂ ਨਹੀਂ ਲੱਖਾਂ ਲੋਕ ਮਗਰ ਲੱਗੇ ਹੋਏ ਨੇ। ਬਹੁਤ ਸਾਰੇ ਹਿੰਦੂ ਉਸ ਦੇ ਪੈਰੋਕਾਰ ਨੇ। ਭੋਲੇ ਭਾਲੇ ਮੁਸਲਮਾਨ ਵੀ ਉਹਦੇ ਵੱਲ ਨੂੰ ਝੁਕ ਰਹੇ ਹਨ, ਕਈ ਉਹਨਾਂ ਦੇ ਜਾ ਕੇ ਸਿੱਖ ਬਣ ਰਹੇ ਨੇ। ਇਹ ਤੇ ਸਾਡੇ ਇਸਲਾਮ ਦੇ ਲਈ ਵੱਡਾ ਖਤਰਾ ਨੇ। ਤੇ ਜਦੋਂ ਹਿੰਦੂ ਮੁਸਲਮਾਨ ਸਾਰੇ ਇਕੱਠੇ ਹੋ ਜਾਂਦੇ ਨੇ ਫਿਰ ਸਰਕਾਰਾਂ ਨੂੰ ਅਕਸਰ ਫਿਕਰ ਪੈ ਹੀ ਜਾਂਦਾ। ਹੁਣ ਪਹਿਲਾਂ ਤੇ ਪੰਜਾਬ ਦੇ ਕਿਸਾਨਾਂ ਨੇ ਮੋਰਚਾ ਲਾਇਆ ਸੀ, ਪਰ ਹੁਣ ਜਦੋਂ ਹਿੰਦੂ ਮੁਸਲਮਾਨ ਸਾਰੇ ਹੋਰ ਸੂਬਿਆਂ ਦੇ ਕਿਸਾਨ ਵੀ ਇਕੱਠੇ ਹੋ ਗਏ ਤੇ ਹੁਣ ਸਰਕਾਰ ਨੂੰ ਫਿਕਰ ਪਿਆ ਹੀ ਹੋਇਆ। ਜਦੋਂ ਸਾਰੇ ਇਕੱਠੇ ਹੋ ਜਾਣ ਤੇ ਫਿਰ ਇਹ ਸਰਕਾਰਾਂ ਨੂੰ ਫਿਕਰ ਪੈ ਹੀ ਜਾਂਦੇ ਨੇ। ਹੁਣ ਉਸ ਵੇਲੇ ਜਹਾਂਗੀਰ ਨੇ ਫਿਰ ਆਪ ਇਹ ਸਾਰੀ ਤਜਵੀਜ਼ ਬਣਾਈ, ਆਪਣੇ ਬੰਦੇ ਭੇਜੇ, ਉਹਨਾਂ ਤੋਂ ਗਲਤ ਕੰਮ ਕਰਵਾਏ ਤੇ ਫਿਰ ਉਹਨਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਦੇ ਉੱਤੇ ਥੋਪ ਦਿੱਤਾ। ਉਹ ਕਿਹੜੇ ਦੋਸ਼ ਲਾਏ ਸਨ ਬਈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਾਸ ਚੋਰਾਂ ਨੂੰ, ਡਾਕੂਆਂ ਨੂੰ, ਧਾੜਵੀਆਂ ਨੂੰ ਰੱਖਦੇ ਨੇ। ਉਹਨਾਂ ਨੇ ਇੱਕ ਫੋਰਸ ਤਿਆਰ ਕਰ ਲਈ ਹੈ, ਫੌਜ ਤਿਆਰ ਕਰ ਲਈ ਹੈ। ਉਹ ਕਿਸੇ ਵੇਲੇ ਵੀ ਕਿਸੇ ਹਕੂਮਤ ਦੇ ਨਾਲ ਟੱਕਰ ਲੈ ਸਕਦੇ ਨੇ। ਇਸ ਲਈ ਹੁਣ ਇਹਨਾਂ ਨੂੰ ਜ਼ਿਆਦਾ ਸਮਾਂ ਬਰਦਾਸ਼ਤ ਨਹੀਂ ਅਸੀਂ ਕਰ ਸਕਦੇ ਤੇ ਆਖੀਰ ਉਸਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਆਪਣੇ ਪਾਸ ਸੱਦਾ ਪੱਤਰ ਭੇਜਿਆ। ਹੁਣ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗਏ ਨੇ ਤੇ ਉਸਨੇ ਇਹ ਗੱਲ ਆਖੀ, ਮੈਂ ਸੁਣਿਆ ਤੁਸੀਂ ਹਿੰਦੂ ਤੇ ਇਸਲਾਮ ਧਰਮ ਦੇ ਖਿਲਾਫ ਪ੍ਰਚਾਰ ਕਰਦੇ ਹੋ। ਗੁਰੂ ਮਹਾਰਾਜ ਕਹਿੰਦੇ ਨਹੀਂ, ਦੱਸੋ ਕਿੱਥੇ ਅਸੀਂ ਪ੍ਰਚਾਰ ਕੀਤਾ। ਅਸੀਂ ਤੇ ਉਹਨਾਂ ਨੂੰ ਇੰਨਾ ਪਿਆਰ ਕਰਦੇ ਹਾਂ, ਸਾਡੀ ਬਾਣੀ ਪੜ੍ਹੋ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਾਈਆਂ, ਕੋਈ ਆਲਾਹੇ। ਅਸੀਂ ਤਾਂ ਸਾਰਿਆਂ ਨੂੰ ਇੱਕ ਥਾਂ ਬਿਠਾਉਣੇ ਆ, ਤੁਸੀਂ ਕਿਵੇਂ ਕਹਿੰਦੇ ਉਹਨਾਂ ਦੇ ਖਿਲਾਫ ਤੁਸੀਂ ਪ੍ਰਚਾਰ ਕਰਦੇ ਹੋ? ਇਹ ਗੱਲ ਝੂਠੀ ਹੈ। ਫਿਰ ਉਹ ਕਹਿਣ ਲੱਗਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸਲਾਮ ਦੀ ਤਾਰੀਫ ਲਿਖੋ ਵੀ ਇਸਲਾਮ ਧਰਮ ਸਭ ਤੋਂ ਉੱਤਮ ਹੈ। ਗੁਰੂ ਮਹਾਰਾਜ ਕਹਿੰਦੇ ਇਹ ਗੱਲ ਨਹੀਂ ਹੋ ਸਕਦੀ, ਕਿਉਂਕਿ ਮੌਕੇ ਦੀਆਂ ਹਕੂਮਤਾਂ ਧੱਕੇ ਦੇ ਨਾਲ ਦੂਜੇ ਦੇ ਧਰਮ ਦੇ ਵਿੱਚ ਦਖਲ ਦਿੰਦੀਆਂ ਨੇ। ਉਹਨਾਂ ਦੇ ਧਰਮ ਦੇ ਜਿਹੜੇ ਅਸੂਲ ਨੇ, ਮਰਜ਼ਾਦਾ ਹੁੰਦੀਆਂ ਨੇ, ਉਹਨਾਂ ਨੂੰ ਬਦਲਣ ਦੀ ਵੀ ਕੋਸ਼ਿਸ਼ ਕਰਦੇ ਨੇ। ਇਹ ਜਹਾਂਗੀਰ ਨੇ ਵੀ ਕੀਤੀ। ਕਹਿੰਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਸੀਂ ਮੇਰਾ ਨਾਮ ਲਿਖੋ ਤੇ ਨਾਲੇ ਇਸਲਾਮ ਦੀ ਤੁਸੀਂ ਤਾਰੀਫ ਲਿਖੋ। ਗੁਰੂ ਮਹਾਰਾਜ ਕਹਿੰਦੇ ਤੁਰਕੀ ਬਾਣੀ ਹੈ, ਇਹਦੇ ਵਿੱਚ ਅਸੀਂ ਐਸਾ ਕੁਝ ਵੀ ਨਹੀਂ ਲਿਖ ਸਕਦੇ। ਤੇ ਜਦੋਂ ਇਹ ਗੱਲਾਂ ਹੋਈਆਂ ਤੇ ਫਿਰ ਉਸਨੇ ਗੁਰੂ ਮਹਾਰਾਜ 'ਤੇ ਫਤਵਾ ਜਾਰੀ ਕਰਵਾਇਆ, ਝੂਠੇ ਦੋਸ਼ ਲਾਏ। ਭਾਵੇਂ ਠੀਕ ਹੈ ਸਾਡੇ ਸਿੱਖ ਇਤਿਹਾਸ ਨੇ ਚੰਦੂ ਨੂੰ ਮੋਹਰਾ ਬਣਾਇਆ,
ਇਹ ਤੇ ਸਰਕਾਰਾਂ ਅਕਸਰ ਬਣਾਉਂਦੀਆਂ ਹੀ ਨੇ। ਹੁਣ ਵੀ ਜਦੋਂ ਸਿੱਖਾਂ ਦੀ ਨਸਲਕੁਸ਼ੀ ਕਰਨੀ ਸੀ ਜਾਂ ਦਰਬਾਰ ਸਾਹਿਬ 'ਤੇ ਹਮਲਾ ਕਰਨਾ ਸੀ, ਉਸ ਵੇਲੇ ਵੀ ਤੁਸੀਂ ਹੈਰਾਨ ਹੋਵੋਗੇ, ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਪੁਰਬ ਸੀ। ਉਹਨਾਂ ਦਿਨਾਂ ਦੇ ਵਿੱਚ ਜੋ ਸੰਗਤਾਂ ਸ਼ਹੀਦੀ ਪੁਰਬ ਮਨਾਉਣ ਲਈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਇਕੱਤਰ ਹੋਈਆਂ ਸਨ, ਅਤੇ ਉਸ ਵੇਲੇ ਹੀ ਹਮਲੇ ਦੀ ਤਜਵੀਜ਼ ਬਣਾਈ ਗਈ। ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਦਿਹਾੜੇ 'ਤੇ ਹੀ ਸਿੱਖ ਕੌਮ ਨੂੰ ਸ਼ਹੀਦ ਕਰਨ ਦੇ ਲਈ ਦਿਨ ਚੁਣਿਆ। ਇਹਦੇ ਪਿੱਛੇ ਬਹੁਤ ਸੋਚੀ ਸਮਝੀ ਡੂੰਘੀ ਸਾਜ਼ਿਸ਼ ਸੀ ਵੀ ਇਹ ਆਪਣੇ ਗੁਰੂਆਂ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਨੇ, ਇਹਨਾਂ ਨੂੰ ਸ਼ਹੀਦ ਕਰ ਦਿਓ, ਕੋਈ ਇਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਲਾ ਹੀ ਨਾ ਰਹੇ। ਇਹੋ ਜਿਹੀਆਂ ਸੋਚਾਂ ਨੂੰ ਲੈ ਕੇ ਉਹਨਾਂ ਨੇ ਹਮਲਾ ਕੀਤਾ। ਪਰ ਇਹ ਰੱਬ ਦਾ ਘਰ ਹੈ, ਸ਼੍ਰੀ ਹਰਿਮੰਦਰ ਸਾਹਿਬ ਰੱਬ ਦਾ ਘਰ ਸੀ ਨਾ, ਅਤੇ ਫਿਰ ਰੱਬ ਦੇ ਘਰੇ ਤੇ ਨਿਆਂ ਹੀ ਹੁੰਦਾ। ਉਹ ਤਾਂ ਸੱਚੋ ਹੀ ਸੱਚ ਨਿਬੜਾ ਚੁਣੋ ਵਖ ਕੱਢੇ ਜਜਮਾਲਿਆ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਸ਼੍ਰੀ ਦਰਬਾਰ ਸਾਹਿਬ ਜੀ 'ਤੇ 5 ਹਮਲੇ ਹੋਏ, ਅਤੇ ਜਿਹੜੇ 5 ਹਮਲਾਵਰ ਸਨ, 5 ਮਹੀਨਿਆਂ ਦੇ ਅੰਦਰ ਅੰਦਰ ਉਹਨਾਂ ਦੀ ਕੁਦਰਤੀ ਜਾਂ ਗੈਰ ਕੁਦਰਤੀ ਮੌਤ ਹੋਈ ਹੈ। ਇਸ ਵਾਸਤੇ ਕੁਛ ਵਿਦਵਾਨਾਂ ਨੇ ਖੋਜ ਕਰਕੇ ਲਿਖਿਆ ਵੀ ਹੋਇਆ, ਇੱਥੇ ਵੀ ਬੋਰਡ ਲਿਖਿਆ ਹੋਇਆ ਵੀ ਉਹਨਾਂ ਦੀ ਮੌਤ ਹੁੰਦੀ ਰਹੀ ਹੈ। ਜਿਹੜਾ ਰੱਬ ਦੇ ਨਾਲ ਮੱਥਾ ਲਾਵੇ, ਕਹਿੰਦੇ ਨੇ ਉਹ ਜਦੋਂ ਹੇਮਕੁੰਟ ਸਾਹਿਬ ਨੂੰ ਜਾਈਏ ਨਾ, ਅਤੇ ਉੱਥੇ ਉਹ ਪਹਾੜਾਂ ਦੇ ਜਿਹੜੇ ਖਤਰਨਾਕ ਮੋੜ ਨੇ, ਉਹਨਾਂ 'ਤੇ ਲਿਖਿਆ ਹੁੰਦਾ ਵੱਡੇ ਅੱਖਰਾਂ ਦੇ ਵਿੱਚ, ਜੋ ਹਮਾਰੇ ਸੇ ਟਕਰਾਏਗਾ ਉਹ ਚਕਨਾਚੂਰ ਹੋ ਜਾਏਗਾ। ਅਤੇ ਸ਼੍ਰੀ ਦਰਬਾਰ ਸਾਹਿਬ 'ਤੇ ਰੱਬ ਦਾ ਘਰ ਸੀ, ਜਿਹੜਾ ਉਹਦੇ ਨਾਲ ਮੱਥਾ ਲਾਊਗਾ ਉਹ ਕਿਵੇਂ ਬਚ ਸਕਦਾ ਸੀ। ਸਮੇਂ ਸਮੇਂ ਸਭ ਨੂੰ ਸਜ਼ਾਵਾਂ ਮਿਲੀਆਂ, ਅਤੇ ਹੁਣ ਵੀ ਮਿਲੀਆਂ ਨੇ, ਸਾਡੇ ਅੱਖਾਂ ਦੇ ਸਾਹਮਣੇ ਹੀ ਆ ਸਾਰਾ ਕੁਝ। ਜਿਨ੍ਹਾਂ ਨੇ ਹਮਲਾ ਕੀਤਾ, ਜਿਨ੍ਹਾਂ ਨੇ ਕਰਵਾਇਆ, ਅਤੇ ਉਹ ਹੁਣ ਵੀ ਇਤਿਹਾਸ ਦੇ ਪੰਨੇ ਦੇ ਉੱਤੇ ਉਹਨਾਂ ਦੇ ਕਾਲੇ ਅੱਖਰਾਂ ਵਿੱਚ ਨਾਮ ਲਿਖੇ ਗਏ ਨੇ। ਜਨਰਲ ਬਰਾੜ ਜਿਸ ਨੇ ਕਮਾਂਡ ਕੀਤੀ, ਹੁਣ ਉਹਦੀ ਕਿਤਾਬ ਤੁਸੀਂ ਖੁਦ ਪੜ੍ਹੀ ਹੋਵੇਗੀ ਕਈਆਂ ਨੇ, ਉਹਦੇ ਵਿੱਚ ਉਹ ਲਿਖਦਾ ਹੈ ਵੀ ਕਹਿੰਦਾ ਹੈ, ਜਿਸ ਬਹਾਦਰੀ ਦੇ ਨਾਲ ਉਹ ਸਿੰਘ ਲੜੇ ਸਨ, ਸਾਨੂੰ ਉਮੀਦ ਹੀ ਨਹੀਂ ਸੀ। ਅਸੀਂ ਤਾਂ ਸੋਚਿਆ ਵੀ 2-2.5 ਘੰਟੇ ਵਿੱਚ ਅਸੀਂ ਆਪਰੇਸ਼ਨ ਕਰਕੇ ਅਤੇ ਸਾਰਿਆਂ ਨੂੰ ਸਿਲੰਡਰ ਕਰ ਲਵਾਂਗੇ, ਸਾਰਿਆਂ ਨੂੰ ਗ੍ਰਿਫਤਾਰ ਕਰ ਲਵਾਂਗੇ, ਪਰ ਸਾਡੀ ਸੋਚ ਤੋਂ ਸਭ ਕੁਝ ਬਾਹਰ ਹੋਇਆ। ਲਗਾਤਾਰ 72 ਘੰਟੇ ਉਹਨਾਂ ਨੇ ਸਾਡੇ ਨਾਲ ਮੁਕਾਬਲਾ ਕੀਤਾ, ਅਤੇ ਨਾਲ ਉਹਨੇ ਇਹ ਵੀ ਗੱਲ ਆਖੀ, ਜੇ 10,000 ਇਹੋ ਜਿਹੇ ਸੂਰਬੀਰ ਬਹਾਦਰ ਮੇਰੇ ਕੋਲ ਹੋਣ, ਮੈਂ 4 ਘੰਟੇ ਵਿੱਚ ਪਾਕਿਸਤਾਨ ਨੂੰ ਜਿੱਤ ਸਕਦਾ ਸੀ। ਇਹੋ ਜਿਹੀਆਂ ਗੱਲਾਂ ਵੀ ਉਸ ਜਰਨਲ ਨੂੰ ਕਹਿਣੀਆਂ ਪਈਆਂ। ਪਰ ਉਸ ਨੇ ਵੀ ਇਹ ਨਹੀਂ ਸੋਚਿਆ ਸ਼ਾਇਦ ਅਹਿਮਦ ਸ਼ਾਹ ਅਬਦਾਲੀ ਦੀ ਰੂਹ ਉਹਦੇ ਵਿੱਚ ਪ੍ਰਵੇਸ਼ ਹੋਈ ਹੋਵੇਗੀ, ਅਤੇ ਹੁਣ ਬਾਅਦ ਵਿੱਚ ਪਛਤਾ ਰਿਹਾ। ਹੁਣ ਉਹਦੇ ਬਾਰੇ ਜੋ ਕੁਝ ਪੜ੍ਹਿਆ ਅਤੇ ਸੁਣਿਆ ਹੈ, ਜਿਸ ਨੇ ਦਰਬਾਰ ਸਾਹਿਬ 'ਤੇ ਹਮਲੇ ਦੀ ਕਮਾਂਡ ਸੰਭਾਲੀ ਸੀ, ਕਹਿੰਦਾ ਸੰਤ ਜਰਨੈਲ ਸਿੰਘ ਜੀ ਵੀ ਬਰਾੜ ਸਨ, ਮੈਂ ਵੀ ਬਰਾੜ ਹਾਂ, ਅਤੇ ਮੈਂ ਹੁਣ ਉਹਨਾਂ ਤੋਂ ਬਦਲਾ ਲਵਾਂਗਾ, ਮੈਂ ਉਹਨਾਂ ਨੂੰ ਜਿਉਂਦਿਆਂ ਪਕੜਾਂਗਾ ਜਾਂ ਮੈਂ ਉਹਨਾਂ ਨੂੰ ਸ਼ਹੀਦ ਕਰਾਂਗਾ। ਇਹੋ ਜਿਹੀਆਂ ਝੂਠੀਆਂ ਸ਼ੀਖੀਆਂ ਅਤੇ ਫੜਾਂ ਮਾਰਨ ਵਾਲਾ ਉਹ ਇਨਸਾਨ, ਉਹਦੇ ਨਾਲ ਬੀਤੀ ਕੀ ਹੈ। ਉਹਦੇ ਘਰ ਵਾਲੀ ਕਹਿੰਦੇ ਕੈਂਸਰ ਦੇ ਨਾਲ ਮਰੀ ਹੈ, ਜਵਾਨ ਪੁੱਤਰ ਦੀ ਲਾਸ਼ ਤਰਦੀ ਹੋਈ ਸਮੁੰਦਰ ਵਿੱਚੋਂ ਮਿਲੀ, ਅਤੇ ਆਪ ਕੈਂਸਰ ਦੀ ਬਿਮਾਰੀ ਦੇ ਨਾਲ ਲੜ ਰਿਹਾ। ਸਰਕਾਰ ਵੀ ਮਦਦ ਨਹੀਂ ਕਰ ਰਹੀ, ਦੁਹਾਈਆਂ ਦਿੰਦਾ। ਜਿਹੜਾ ਗੁਰੂ ਘਰ 'ਤੇ ਹਮਲਾ ਕਰਦਾ, ਫਿਰ ਉਹਨੂੰ ਆਪਣੀ ਕੀਤੀ ਦੀ ਸਜ਼ਾ ਪਰਮੇਸ਼ਰ ਦਿੰਦਾ। ਇਸ ਵਾਸਤੇ ਕੁਦਰਤੀ ਜਾਂ ਗੈਰ ਕੁਦਰਤੀ ਮੌਤ ਉਹਦੇ 'ਤੇ ਆਉਂਦੀ ਹੈ। ਅਤੇ ਇਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਹਾਂਗੀਰ ਨੇ ਲਾਹੌਰ ਵਿੱਚ ਬੁਲਾਇਆ ਅਤੇ ਚੰਦੂ ਦੇ ਹਵਾਲੇ ਕੀਤਾ, ਅਤੇ ਸਾਰੀ ਨਿਗਰਾਨੀ ਇੱਕ ਮੁਰਤਜ਼ਾ ਖਾਨ, ਬੜਾ ਕੱਟੜ ਉਸ ਵੇਲੇ ਦਾ ਆਫਿਸਰ ਸੀ, ਅਤੇ ਉਹਦੀ ਡਿਊਟੀ ਲਾਈ। ਫਿਰ ਉਹਨਾਂ ਨੇ ਆਖਿਆ ਵੀ ਤੁਸੀਂ 2 ਲੱਖ ਰੁਪਇਆ ਜੁਰਮਾਨਾ ਭਰ ਦਿਓ, ਅਤੇ ਤੁਹਾਡੀ ਸਜ਼ਾਏ ਮੌਤ ਉਮਰ ਕੈਦ ਵਿੱਚ ਤਬਦੀਲ ਹੋ ਸਕਦੀ ਹੈ। ਅਤੇ ਸਿੱਖ ਸੰਗਤਾਂ 2 ਲੱਖ ਰੁਪਇਆ ਇਕੱਠਾ ਕਰਨ ਲਈ ਤਿਆਰ ਵੀ ਸਨ,
ਪਰ ਗੁਰੂ ਮਹਾਰਾਜ ਨੇ ਮਨਾ ਕਰ ਦਿੱਤਾ ਵੀ ਸੰਗਤ ਦੀ ਮਾਇਆ ਇਹਨਾਂ ਮਲੇਸ਼ਾਂ ਨੂੰ ਨਹੀਂ ਦੇਣੀ ਚਾਹੀਦੀ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਈਣ ਮਨਾਉਣ ਦੀ ਖਾਤਰ ਫਿਰ ਕਹਿਣ ਲੱਗੇ, ਜਾਂ ਤੇ ਸਾਡੀ ਗੱਲ ਮੰਨ ਲਵੋ, ਠੀਕ ਹੈ, ਚੰਦੂ ਦੇ ਰਿਸ਼ਤੇ ਦੀ ਵੀ ਗੱਲ ਆਉਂਦੀ ਇਤਿਹਾਸ ਵਿੱਚ, ਤੇ ਬਾਕੀ ਹੋਰ ਵੀ ਕੀ ਕਾਰਨ ਇਤਿਹਾਸਕਾਰਾਂ ਨੇ ਲਿਖੇ ਨੇ ਗੁਰੂ ਮਹਾਰਾਜ ਦੀ ਸ਼ਹੀਦੀ ਦੇ, ਜਿਵੇਂ ਕਾਹਨੀ ਦਾ, ਪਰ ਉਹ ਗੱਲਾਂ ਸਾਰੀਆਂ ਗਾਉਣ ਨੇ। ਮੁੱਖ ਰੂਪ ਦੇ ਵਿੱਚ ਮੌਕੇ ਦੀ ਸਰਕਾਰ ਨੇ ਹੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਸ਼ਹੀਦ ਕਰਨ ਦਾ ਮਨਸੂਬਾ ਘੜਿਆ ਹੋਇਆ ਸੀ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹਨਾਂ ਪਹਿਲੇ ਦਿਨ ਦੇਗ ਵਿੱਚ ਉਬਾਲਿਆ, 4 ਘੰਟੇ ਬਿਠਾਈ ਰੱਖਿਆ, ਸਰੀਰ ਪਾਣੀ ਵਿੱਚ ਛਾਲੋ ਛਾਲੀ ਹੋ ਗਿਆ, ਪਾਣੀ ਉਬਲ ਰਿਹਾ ਸੀ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ਾਂਤ ਚਿੱਤ ਹੋ ਕੇ ਵਾਹਿਗੁਰੂ 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 ਦਾ ਸਿਮਰਨ ਕਰ ਰਹੇ ਸਨ। ਤੇ ਜਦੋਂ ਮੀਆਂ ਮੀਰ ਨੇ ਪੁੱਛਿਆ ਇਹ ਕੀ ਹੋ ਰਿਹਾ ਹੈ, ਤਾਂ ਗੁਰੂ ਮਹਾਰਾਜ ਦਾ ਜਵਾਬ ਸੀ, ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਫਿਰ ਦੂਸਰੇ ਦਿਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਤਤੀ ਲੋਹ ਤੇ ਬਿਠਾਇਆ ਗਿਆ, ਤੇ ਨਾਲ ਹੀ ਰੇਤਾ ਗਰਮ ਕਰਕੇ, ਲਾਲ ਸੁਰਖ ਰੇਤਾ ਕਰਕੇ ਉਹਨਾਂ ਦੇ ਜਿਸਮ ਤੇ, ਉਹਨਾਂ ਦੇ ਸਰੀਰ ਤੇ ਪਾਉਣ ਦਾ ਹੁਕਮ ਦਿੱਤਾ ਗਿਆ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਾ ਤਸੀਹਾ ਆਪਣੇ ਸਰੀਰ ਤੇ ਚੱਲਿਆ। ਪਰ हैरानी ਦੀ ਗੱਲ ਇਹ ਸੀ, शांत चित रहे, क्या हुआ जो तन तप रहा है, हम शांत हैं हरि नाम से, ऐसी उन्होंने दी अवस्था सी। उन्होंने अखीर ते जदों उबलती देग में शरीर उबालिया गया, शरीर छालो छाली हो गया, फिर उस तो भयानक सज़ा देने लई तत्ती लोह ते बिठाया गया, बाकी शरीर ते लाल सुर्ख रेता पाया गया। फिर उदों भी जदों ਉਹਨਾਂ ਦਾ ਮਨ ਸ਼ਾਂਤ ਨਾ ਹੋਇਆ ਜ਼ਾਲਮਾਂ ਦਾ, ਤੇ ਫਿਰ ਉਹਨਾਂ ਨੂੰ ਇਹ ਆਖਿਆ ਗਿਆ ਵੀ ਇਹਨਾਂ ਨੂੰ ਗਊ ਦੇ ਚਮੜੇ ਵਿੱਚ ਮੜ ਕੇ, ਗਿੱਲੇ ਤਾਜੀ ਮਰੀ ਗਊ ਦੀ ਖੱਲ ਵਿੱਚ ਮੜ ਕੇ ਇਹਨਾਂ ਨੂੰ ਧੁੱਪੇ ਰੱਖਿਆ ਜਾਵੇਗਾ। ਜਿਵੇਂ ਜਿਵੇਂ ਉਹ ਖਾਲ ਸੁੰਗੜੇਗੀ ਤੇ ਨਾਲ ਇਹਨਾਂ ਦਾ ਸਾਹ ਰੁਕੇਗਾ, ਤੇ ਇਸ ਢੰਗ ਦੇ ਨਾਲ ਇਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਤਾਂ ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਹੀ, ਕਿਉਂਕਿ ਭਾਣੇ ਦੇ ਮਾਲਕ ਸਨ, ਉਹਨਾਂ ਨੇ ਫਿਰ ਇਹਨਾਂ ਦਾ ਮਨ ਪ੍ਰੇਰਿਆ ਤੇ ਇਹ ਆ ਕੇ ਪੁੱਛਣ ਲੱਗੇ, ਜੀ ਦੱਸੋ ਤੁਹਾਡੀ ਅੰਤਮ ਇੱਛਾ ਕੀ ਹੈ। ਇਹ ਪੁੱਛਿਆ ਜਾਂਦਾ ਜਦੋਂ ਕਿਸੇ ਨੂੰ ਫਾਂਸੀ ਦੇਣੀ ਹੋਵੇ, ਤੁਹਾਡੀ ਇੱਛਾ ਕੀ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਸਾਡੀ ਇਹੀ ਇੱਛਾ ਹੈ, ਅਸੀਂ ਇਸ਼ਨਾਨ ਕਰਨਾ ਚਾਹੁੰਦੇ ਹਾਂ। ਸਿਪਾਹੀਆਂ ਦੇ ਪਹਿਰੇ ਹੇਠ, ਸੰਗੀਨਾਂ ਦੇ ਪਰਛਾਵੇਂ ਹੇਠ ਗੁਰੂ ਅਰਜਨ ਦੇਵ ਮਹਾਰਾਜ ਨੂੰ ਰਾਵੀ ਦਰਿਆ ਲਾਹੌਰ ਦੇ ਸ਼ਾਹੀ ਕਿਲੇ ਦੇ ਕੋਲ ਦੀ ਲੰਘਦਾ ਸੀ ਉਸ ਵੇਲੇ, ਉੱਥੇ ਲਿਜਾਇਆ ਗਿਆ। ਤੇ ਉੱਥੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ਼ਨਾਨ ਕੀਤਾ। ਇਸ਼ਨਾਨ ਕਰਨ ਤੋਂ ਬਾਅਦ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ। ਫਿਰ ਬਾਬਕ ਰਬਾਬੀ ਆਇਆ, ਉਸ ਨੂੰ ਕੀਰਤਨ ਕਰਨ ਲਈ ਆਖਿਆ। ਕੁਝ ਸੰਗਤਾਂ ਵੀ ਆ ਗਈਆਂ ਤੇ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਹੁਣ ਕੀ ਹੁਕਮ ਹੈ। ਤਾਂ ਹਜ਼ੂਰ ਕਹਿੰਦੇ, ਅਸੀਂ ਅੱਗ ਦਾ ਸੇਕ ਬਹੁਤ ਸਹਾਰ ਲਿਆ, ਹੁਣ ਸਾਡੇ ਸਰੀਰ ਨੂੰ ਜਲ ਪ੍ਰਵਾਹ ਕਰ ਦੇਣਾ। ਫਿਰ ਇਤਿਹਾਸ ਵਿੱਚ ਬਚਨ ਆਉਂਦੇ ਨੇ ਕਿ ਇਹ ਜਿਹੜਾ ਰਾਵੀ ਦਰਿਆ ਹੈ, ਇਹਦੇ ਵਿੱਚ ਸਾਡਾ ਸਰੀਰ ਜਲ ਪ੍ਰਵਾਹ ਕਰ ਦੇਣਾ। ਤੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਰਾਵੀ ਦੇ ਦਰਿਆ ਵਿੱਚ ਹੀ ਸਮਾ ਗਏ। ਤੇ ਨਾਲ ਇਹ ਬਚਨ ਕੀਤਾ ਸੀ, ਦਰਸ਼ਨ ਹਮਰਾ ਇਹ ਦਰਿਆਓ, ਸਿਰ ਪੂਰਬ ਦਿਸ਼ ਦੱਖਣ ਪਾਓ। ਵੀ ਸਾਡਾ ਸਿਰ ਪੂਰਬ ਵੱਲ ਤੇ ਦੱਖਣ ਵਾਲੇ ਪਾਸੇ ਸਾਡੇ ਚਰਨ ਕਰ ਦੇਣੇ।
ਇਸ ਢੰਗ ਦੇ ਨਾਲ ਗੁਰੂ ਮਹਾਰਾਜ ਉੱਥੇ ਜੋਤੀ ਜੋਤ ਸਮਾਏ। ਇਸ ਸਮੇਂ ਦੇ ਦੌਰਾਨ ਸਾਈਂ ਮੀਆਂ ਮੀਰ ਵੀ ਮਿਲਿਆ। ਚੰਦੂ ਦੀ ਨੂੰਹ ਗੁਰਸਿੱਖ ਦੀ ਲੜਕੀ ਸੀ ਜਿਸ ਦਾ ਨਾਮ ਬੀਬੀ ਕਰਤਾਰੋ, ਕੁਝ ਇਤਿਹਾਸਕਾਰਾਂ ਨੇ ਲਿਖਿਆ। ਉਸ ਨੇ ਗੁਰੂ ਮਹਾਰਾਜ ਨੂੰ ਸ਼ਰਬਤ ਲਿਆ ਕੇ ਪਿਆਉਣ ਲਈ ਬੇਨਤੀ ਕੀਤੀ, ਮਹਾਰਾਜ ਤੁਸੀਂ ਕਈ ਦਿਨਾਂ ਤੋਂ ਅੱਗ ਦਾ ਸੇਕ ਸਹਾਰਿਆ, ਅੰਨ ਪਾਣੀ ਨਹੀਂ ਛਕਿਆ, ਤੁਸੀਂ ਇਹ ਸ਼ਰਬਤ ਛਕੋ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਬੀਬਾ ਅਸੀਂ ਇਸ ਦੁਸ਼ਟ ਦੇ ਘਰ ਦਾ ਅੰਨ ਪਾਣੀ ਨਾ ਛਕਿਆ ਤੇ ਨਾ ਹੀ ਛਕਣਾ। ਤੇਰਾ ਇਸ ਘਰ ਦੇ ਨਾਲ ਸੰਬੰਧ ਜੁੜਿਆ, ਤੂੰ ਗੁਰਸਿੱਖ ਦੀ ਲੜਕੀ ਹੈ, ਇਸ ਲਈ ਤੂੰ ਇਹ ਬਾਹਰ ਜਿਹੜੇ ਗਰੀਬ ਲੋਕ ਨੇ ਤੇ ਸਿੱਖ ਨੇ ਉਹਨਾਂ ਨੂੰ ਜਾ ਕੇ ਜਲ ਛਕਾ ਦੇ, ਇਹ ਸ਼ਰਬਤ ਛਕਾ ਦੇ। ਅਸ਼ਬੀਲ ਦੀ ਪ੍ਰਥਾ ਉੱਥੋਂ ਸ਼ੁਰੂ ਹੁੰਦੀ ਹੈ। ਇਹ ਬੀਬੀ ਕਰਤਾਰੋਂ ਨੇ ਫਿਰ ਉੱਥੇ ਬਾਹਰ ਜਿਹੜੇ ਗਰੀਬ ਲੋਕ ਸਨ, ਗਰਮੀ ਦੀ ਮੌਸਮ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਦੀ ਇੱਛਾ ਲਈ ਬੈਠੇ ਸਨ ਤੇ ਉਹਨਾਂ ਨੂੰ ਜਲ ਛਕਾਇਆ ਸੀ। ਤੇ ਫਿਰ ਉਹ ਕਹਿਣ ਲੱਗੇ, ਮਹਾਰਾਜ ਮੈਂ ਹੁਣ ਇਸ ਦੁਸ਼ਟ ਦੇ ਘਰੇ ਰਹਿਣਾ ਨਹੀਂ ਚਾਹੁੰਦੀ। ਤੇ ਗੁਰੂ ਮਹਾਰਾਜ ਕਹਿਣ ਲੱਗੇ, ਕੋਈ ਗੱਲ ਨਹੀਂ, ਸਾਡਾ ਵੀ ਸਮਾਂ ਥੋੜ੍ਹਾ ਹੀ ਹੈ। ਤੇ ਇੱਧਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ ਤੇ ਦੂਜੇ ਪਾਸੇ ਚੰਦੂ ਦੀ ਨੂੰਹ ਬੀਬੀ ਕਰਤਾਰੋ ਉਹ ਵੀ ਗੁਰੂ ਗੁਰੂ ਜਪਦੀ, ਉਹ ਵੀ ਪੰਜ ਭੌਤਿਕ ਸਰੀਰ ਤਿਆਗ ਕੇ ਗੁਰੂ ਮਹਾਰਾਜ ਦੇ ਨਾਲ ਹੀ ਚਲੀ ਜਾਂਦੀ ਹੈ। ਜਦੋਂ ਇੱਧਰ ਇਹ ਖਬਰ ਸੁਣਦਾ ਚੰਦੂ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਰਾਵੀ ਦਰਿਆ ਦੇ ਵਿੱਚ ਜੋਤੀ ਜੋਤ ਸਮਾ ਗਏ ਨੇ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਉਣ ਪਾਏ ਵਿਸਰਾਮ ਨਾਨਕ, ਪ੍ਰਭ ਕੈ ਸਤਿਗੁਰ ਮਾਨ। ਤੇ ਘਰ ਗਿਆ ਤੇ ਘਰ ਬੀਬੀ ਕਰਤਾਰੋ ਨੂੰ ਮਾਰਨ ਦੀ ਖਬਰ ਸੁਣੀ, ਖਫਾ ਹੋ ਗਿਆ, ਪਾਗਲ ਹੋ ਗਿਆ। ਫਿਰ ਆਖੀਰ ਉਹਦਾ ਹਸ਼ਰ ਵੀ ਉਹੀ ਹੋਇਆ, ਉਸ ਪਾਪੀ ਨੂੰ ਵੀ ਸਜ਼ਾ ਮਿਲੀ। ਤੇ ਅਖੀਰ ਤੇ ਚੰਦੂ ਦੇ ਨੱਕ ਵਿੱਚ ਨਕੇਲ ਪਾ ਕੇ ਪੂਰੇ ਲਾਹੌਰ ਸ਼ਹਿਰ ਦੇ ਵਿੱਚ ਸਿੱਖਾਂ ਨੇ ਫੇਰਿਆ ਤੇ ਨਾਲ 5-5 ਛਿੱਤਰ ਵੀ ਮਾਰੇ। ਫਿਰ ਪਟਪੂੰਜਾ ਜਿਸ ਦੇ ਕੋਲੋਂ ਉਹਨੇ ਤੱਤਾ ਰੇਤਾ ਪਵਾਇਆ ਸੀ ਗੁਰੂ ਮਹਾਰਾਜ ਤੇ, ਉਹਦੇ ਪਟਪੂੰਜੇ ਦੇ ਕੜਛੇ ਨਾਲ ਜਿਹਦੇ ਨਾਲ ਉਹ ਰੇਤਾ ਪਾਉਂਦਾ ਸੀ ਤੇ ਉਹਦੇ ਨਾਲ ਹੀ ਉਹਦੀ ਮੌਤ ਹੋਈ। ਉਹਨੇ ਗੁੱਸੇ ਵਿੱਚ ਆ ਕੇ ਆਖਿਆ ਵੀ ਇਹਨੇ ਜਬਰਨ ਮੇਰੇ ਕੋਲੋਂ ਇਹ ਜ਼ੁਲਮ ਕਰਵਾਇਆ ਸੀ, ਇਸ ਲਈ ਹੁਣ ਇਹਦੀ ਮੌਤ ਵੀ ਮੇਰੇ ਇਸ ਕੜਛੇ ਨਾਲ ਹੀ ਹੋਊਗੀ। ਇਸ ਢੰਗ ਦੇ ਨਾਲ ਉਸ ਪਾਪੀ ਨੂੰ ਸਜ਼ਾ ਮਿਲੀ। ਸੋ ਰਹੁ ਵਿਚਾਰ, ਅੱਜ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜੋਤੀ ਜੋਤ ਸਮਾਉਣ ਦਾ ਪਾਵਨ ਪੁਰਬ ਆਪਾਂ ਮਨਾ ਰਹੇ ਹਾਂ, ਜਿਸ ਨੂੰ ਸੰਗਤਾਂ ਬੜੇ ਵੈਰਾਗ ਤੇ ਪ੍ਰੇਮ ਦੇ ਨਾਲ ਮਨਾਉਂਦੀਆਂ ਨੇ। ਸਹਿਜ ਪਾਠ ਦੇ ਭੋਗ ਪਾਏ ਗਏ ਨੇ ਤੇ ਹੁਣ ਕੁਝ ਸਮਾਂ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਹੋਏ ਸ਼੍ਰੀ ਮੁਖ ਵਾਕ ਦੀ ਕਥਾ ਵਿਚਾਰ ਕਰਨੀ ਹੈ। ਇਹ ਸ਼ਬਦ ਜਿਸ ਦੀ ਵਿਚਾਰ ਤੁਸੀਂ ਸੁਣ ਰਹੇ ਹੋ ਨਾ, ਇਹ ਜਿਹੜਾ ਸ਼ਬਦ ਹੈ ਇਹ ਵੀ ਖਾਸ ਕਿਸੇ ਮਹਾਂਮਾਰੀ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਸਤਿਗੁਰੂ ਨੇ ਉਚਾਰਨ ਕੀਤਾ। ਕਿਉਂ? ਜਿਹੜੇ ਇਹਦੇ ਵਿਚਲੇ ਪਦ ਪਦਾਰਥ ਨੇ, ਸ਼ਬਦ ਦੇ ਭਾਵ ਅਰਥ ਨੇ, ਉਹ ਇਸ ਗੱਲ ਦੀ ਪੁਸ਼ਟੀ ਕਰਦੇ ਨੇ, ਹੋਈ ਰਾਜੇ ਰਾਮ ਕੀ ਰਖਵਾਲੀ, ਸੂਖ ਸਹਿਜ ਆਨੰਦ ਗੁਣ ਗਾਵੋ, ਮਨ ਤਨ ਦੇਹ ਸੁਖਾਲੀ। ਹੋਈ ਰਾਜੇ ਰਾਮ ਕੀ ਰਖਵਾਲੀ। ਜਿਵੇਂ ਹੁਣ ਕਰੋਨਾ ਮਹਾਂਮਾਰੀ ਦੀ ਬਿਮਾਰੀ ਦਾ ਪ੍ਰਕੋਪ ਆਪਾਂ ਕਈਆਂ ਨੇ ਹੱਡੀ ਹੰਡਾਇਆ ਵੀ ਹੈ ਤੇ ਕਈਆਂ ਨੇ ਸੁਣਿਆ ਤੇ ਕਈਆਂ ਨੇ ਦੇਖਿਆ, ਕਈਆਂ ਨੇ ਪੜ੍ਹਿਆ ਵੀ ਹੈ। ਕਿੰਨੀ ਭਿਆਨਕ ਤੇ ਖਤਰਨਾਕ ਇਹ ਬਿਮਾਰੀ ਸੀ। ਚਲੋ ਸੋ ਰਹੋ ਵਿਚਾਰ। ਹੁਣ ਉਹ ਸਮੇਂ ਵੀ ਕੋਈ ਐਸੀ ਬਿਮਾਰੀ ਫੈਲੀ, ਲੋਕ ਧੜਾ ਧੜ ਮਰਨ ਲੱਗੇ। ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਲਈ ਅਰਦਾਸ ਕਰੋ। ਜਿਵੇਂ ਗੁਰੂ ਅਮਰਦਾਸ ਮਹਾਰਾਜ ਨੇ ਕੀਤੀ ਹੈ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਭਰੈ ਤਿਤੈ ਲਹਿਓ ਬਾਰ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਭਾਈ ਕੜਾ ਪ੍ਰਸ਼ਾਦ ਦੀ ਦੇਗ ਸਜਾਓ। ਦੇਗ ਸਜਾਈ ਗਈ। ਗੁਰੂ ਮਹਾਰਾਜ ਸ਼੍ਰੀ ਹਰਿਮੰਦਰ ਸਾਹਿਬ ਪਹੁੰਚੇ ਨੇ। ਉੱਥੇ ਜਾ ਕੇ
ਬਾਬਾ ਬੁੱਢਾ ਸਾਹਿਬ ਜੀ ਹੈੱਡ ਗ੍ਰੰਥੀ ਸਨ, ਆਖਿਆ ਅਰਦਾਸ ਕਰੋ। ਤੇ ਗੁਰੂ ਅਰਜਨ ਦੇਵ ਮਹਾਰਾਜ ਵੀ ਉਸ ਅਰਦਾਸ ਵਿੱਚ ਸ਼ਾਮਲ ਹੋਏ ਤੇ ਸਮੂਹ ਸੰਗਤਾਂ ਦੇ ਸਰਬੱਤ ਦੇ ਭਲੇ ਲਈ ਉਹ ਅਰਦਾਸ ਹੋਈ ਸੀ। ਕਿਉਂਕਿ ਸਿੱਖ ਧਰਮ ਦੀ ਅਰਦਾਸ ਦਾ ਸੰਕਲਪ ਹੀ ਇਹ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ। ਤੇ ਉਹ ਅਰਦਾਸ ਸੁਣੀ ਗਈ। ਕਿਉਂ? ਸਤਿਗੁਰੂ ਦੀ ਬਾਣੀ ਵਿੱਚ ਪੰਕਤੀ ਆਉਂਦੀ ਹੈ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਹੁਣ ਜਦੋਂ ਆਪਾਂ ਇਹ ਪੰਕਤੀ ਪੜ੍ਹਦੇ ਹਾਂ ਨਾ, ਇਹ ਸਾਰਿਆਂ 'ਤੇ ਲਾਗੂ ਨਹੀਂ ਹੁੰਦੀ। ਮਹਾਂਪੁਰਖ ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ, ਉਹਨਾਂ ਕੋਲੇ ਕਿਸੇ ਪ੍ਰੇਮੀ ਨੇ ਇਹ ਪੰਕਤੀ ਪੜ੍ਹੀ। ਕਹਿੰਦੇ ਮਹਾਰਾਜ ਆਹ ਜਿਹੜੀ ਪੰਕਤੀ ਦਾ ਅਰਥ ਕੀ ਹੈ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਮਹਾਂਪੁਰਖ ਕਹਿਣ ਲੱਗੇ ਇਹਦਾ ਅਰਥ ਭਾਈ ਇਹੀ ਹੈ ਵੀ ਜਿਹੜਾ ਜਨ ਸਹੀ ਅਰਥਾਂ ਵਿੱਚ ਦਾਸ ਬਣ ਕੇ ਅਰਦਾਸ ਬੇਨਤੀ ਕਰਦਾ ਹੈ ਤੇ ਉਹਦੀ ਕੀਤੀ ਅਰਦਾਸ ਕਦੇ ਅਜਾਈ ਨਹੀਂ ਜਾਂਦੀ, ਵਿਅਰਥ ਨਹੀਂ ਜਾਂਦੀ। ਪਰਮੇਸ਼ਰ ਉਹਦੀ ਬੇਨਤੀ ਨੂੰ ਪ੍ਰਵਾਨ ਕਰ ਲੈਂਦੇ। ਫਿਰ ਉਹਨੇ ਨਾਲ ਲੱਗਦਾ ਦੂਜਾ ਸਵਾਲ ਕਰ ਦਿੱਤਾ, ਕਹਿੰਦਾ ਮਹਾਰਾਜ ਹੁਣ ਕਈ ਮਾਤੜ ਪਾਈ ਬਥੇਰੀਆਂ ਅਰਦਾਸਾਂ ਬੇਨਤੀਆਂ ਕਰਦੇ ਨੇ, ਪਰ ਉਹਨਾਂ ਦੀ ਤੇ ਰੱਬ ਸੁਣਦਾ ਕੋਈ ਨਹੀਂ। ਇੱਕ ਪਾਸੇ ਲਿਖਿਆ ਹੋਇਆ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਮਹਾਂਪੁਰਖ ਕਹਿਣ ਲੱਗੇ ਭਾਈ ਜਨ ਕੀ ਅਰਦਾਸ ਲਿਖਿਆ ਨਾ, ਜਨ ਤੋਂ ਭਾਵ ਹੈ ਵਾਹਿਗੁਰੂ ਦਾ ਦਾਸ। ਵਾਹਿਗੁਰੂ ਦਾ ਦਾਸ ਕਿਹੋ ਜਿਹਾ ਹੁੰਦਾ, ਪਹਿਲਾਂ ਇਹਦੀ ਵਿਚਾਰ ਕਰੋ। ਭਾਈ ਕਬੀਰ ਜੀ ਨੇ ਆਖਿਆ ਕਬੀਰ ਰੋੜਾ ਹੋ ਰਿਹਾ ਬਾਟਕਾ ਤਜ ਮਨ ਕਾ ਉਹ ਮਾਨ, ਰੋੜਾ ਬਣੋ। ਫਿਰ ਆਖਿਆ ਰੋੜਾ ਹੁਆ ਤੋ ਕਿਆ ਪਿਆ ਪੰਥੀ ਕੋ ਐਸਾ ਤੇਰਾ ਦਾਸ ਹੈ ਜੋ ਧਰਨੀ ਮੈਂ ਖੇ। ਫਿਰ ਇੱਥੇ ਬਸ ਨਹੀਂ, ਕਹਿੰਦੇ ਨੇ ਖੇ ਹੋਏ ਤੋ ਕਿਆ ਪਿਆ ਜੋ ਉੱਡ ਲੱਗੇ ਅੰਗ, ਹਰ ਜਨ ਐਸਾ ਚਾਹੀਏ ਜੋ ਪਾਨੀ ਸਰਬੰਗ। ਅਖੀਰਲੀ ਅਵਸਥਾ ਫਿਰ ਇਹ ਦੱਸੀ ਹੈ, ਕਬੀਰ ਪਾਨੀ ਹੁਆ ਤੋ ਕਿਆ ਪਿਆ ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਨ ਬਣਨਾ ਕਿਹੜਾ ਸੌਖਾ ਕੰਮ ਹੈ। ਇਹੋ ਜਿਹਾ ਜਨ ਬਣੇ ਉਹਦੀ ਅਰਦਾਸ ਜ਼ਰੂਰ ਸੁਣੀ ਜਾਂਦੀ ਹੈ। ਤੇ ਅਸੀਂ ਕਹਿੰਦੇ ਸਾਡੀ ਸੁਣੀ ਨਹੀਂ ਗਈ, ਅਸੀਂ ਦਾਸ ਬਣੇ ਕੋਈ ਨਹੀਂ। ਅਸੀਂ ਤੇ ਭੇਖੀ ਤੇ ਬਨੌਟੀ ਸਾਰੇ ਭੇਖ ਧਾਰਨ ਕੀਤੇ ਹੋਏ ਨੇ। ਅਸਲੀ ਦਾਸ ਤੇ ਅਸਲੀ ਸਿੱਖ ਤੇ ਕੋਈ ਵਿਰਲਾ ਹੀ ਹੁੰਦਾ ਹੈ ਨਾ, ਹੋਵੇ ਸਰਵਣ ਵਿਰਲਾ ਕੋਈ। ਇਸੇ ਲਈ ਜਿਹੜੀ ਜਨਾਂ ਦੀ ਅਰਦਾਸ ਹੈ, ਹੁਣ ਇਹ ਤੇ ਗੁਰੂ ਅਰਜਨ ਦੇਵ ਮਹਾਰਾਜ ਵੱਲੋਂ ਸੰਗਤਾਂ ਦੇ ਲਈ ਅਰਦਾਸ ਹੋਈ ਸੀ, ਉਹ ਤੇ ਸੁਣੀ ਜਾਣੀ ਸੀ, ਜਿਸ ਦਾ ਅਖੀਰਲੀ ਪੰਕਤੀ ਵਿੱਚ ਗੁਰੂ ਮਹਾਰਾਜ ਨੇ ਆਪ ਹੀ ਇਹ ਸਪਸ਼ਟ ਸਿਧਾਂਤ ਪ੍ਰਗਟਾਇਆ ਹੈ, ਬਖਸ਼ ਲਏ ਸਭ ਸੱਚਾ ਸਾਹਿਬ ਸੁਣ ਨਾਨਕ ਕੀ ਅਰਦਾਸਾਂ। ਵੀ ਅਰਦਾਸ ਅਸਾਂ ਕੀਤੀ ਸੀ, ਦਾਸ ਬਣ ਕੇ ਕੀਤੀ ਸੀ, ਤੇ ਸਾਡੀ ਅਰਦਾਸ ਸੁਣ ਕੇ ਸਾਹਿਬ ਸੱਚੇ ਸਾਹਿਬ ਨੇ ਬਖਸ਼ ਲਿਆ ਸਾਰਿਆਂ ਨੂੰ। ਤੇ ਇਉਂ ਉਸ ਵੇਲੇ ਰਖਵਾਲੀ ਹੋਈ ਸੀ। ਤੇ ਗੁਰੂ ਮਹਾਰਾਜ ਨੇ ਫਿਰ ਇਹ ਸ਼ਬਦ ਉਚਾਰਨ ਕੀਤਾ, ਹੋਈ ਰਾਜੇ ਰਾਮ ਕੀ ਰਖਵਾਲੀ। ਉਸ ਰਾਜੇ राजन को राज महाराजन को राज है, राम जो व्यापक स्वरूप वाहिगुरु है। होई राजे राम की रखवाली, उस पातशाह सर्व व्यापक स्वरूप वाहिगुरु परमेश्वर की रखवाली हुई है। सुख सहज आनंद गुण गावो, मन तन देह सुखाली। भी हुण तुहाडा मन भी सुखाला हो गया है ते तन भी, तीन शरीर ने कारण सूखम असूल। जिहड़ा सूखम शरीर है वो भी सुखाला हो गया, तो जिहड़ा कारण शरीर है वो भी सुखाला हो गया। मन तन देह सुखाली, 3 वारी शब्द आए। सुख सहज आनंद गुण गावो। हजूर कहते भाई हुण सुख शांति पूर्वक बड़े आनंद नाल वाहिगुरु दे गुण गाओ, वाहिगुरु की सिफत सलाह करो। क्यों? असी तां सिर्फ अरदास ही कीती है ना, ते रखवाली ते वाहिगुरु परमेश्वर ने कीती है। इसलिए तुसी उस वाहिगुरु दा ਧੰਨਵਾਦ ਕਰੋ, ਉਹਦਾ ਸ਼ੁਕਰੀਆ ਅਦਾ ਕਰੋ, ਉਹਦੇ ਗੁਣ ਗਾਓ, ਉਹਦੀ ਕੀਰਤਨ ਭਗਤੀ ਕਰੋ। ਇਹ ਨਹੀਂ ਆਖਿਆ ਜਿਵੇਂ ਅੱਜ ਕੱਲ੍ਹ ਦੇ ਕਈ ਪਖੰਡੀ ਲੋਕ ਕਹਿੰਦੇ ਨੇ ਬਈ ਅਸੀਂ ਅਰਦਾਸ ਕੀਤੀ ਜੀ, ਅਸੀਂ ਇੰਨਿਆਂ ਨੂੰ ਰਾਜੀ ਕਰ ਦਿੱਤਾ। ਇਹ ਨਹੀਂ ਕਹਿ ਰਹੇ। ਕਹਿੰਦੇ ਵਾਹਿਗੁਰੂ ਨੇ ਕਿਰਪਾ ਕੀਤੀ ਹੋਈ ਰਾਜੇ ਰਾਮ ਕੀ ਰਖਵਾਲੀ। ਆਪਣੇ ਤੇ ਗੱਲ ਨਹੀਂ ਲਿਆਉਣੀ ਚਾਹੀਦੀ। ਪਖੰਡੀ ਲੋਕ ਹੰਕਾਰ ਦੇ ਵਿੱਚ ਆਪਣੀ ਗੱਲ ਮੂਹਰੇ ਲੈ ਆਉਂਦੇ ਨੇ। ਲੋ ਹਜੂਰ ਆਰੰਭ ਤੋਂ ਕੀ ਸਾਨੂੰ ਸਮਝਾਉਂਦੇ ਨੇ, ਸੰਗਤਾਂ ਪ੍ਰੇਮ ਨਾਲ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ। ਦੁਰਤ ਗਵਾਇਆ ਹਰ ਪ੍ਰਭ ਆਪੇ, ਸਭ ਸੰਸਾਰ ਉਬਾਰਿਆ। ਸੋਠ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਆਪਾਂ ਮਨਾ ਰਹੇ ਹਾਂ। ਦੁਰਤ ਗਵਾਇਆ ਹਰ ਪ੍ਰਭ ਆਪੇ, ਹਰੀ ਹਰਤੀ ਵਾ ਪਾਣੀ ਦੁਸ਼ਚਿਤ ਅਪੀ ਸਿਮਰਤਾ। ਪ੍ਰਭੂ ਦਾ ਅਰਥ ਹੈ ਸਮਰੱਥ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪ ਕਿਰਪਾ ਕੀਤੀ। ਦੁਰਤ ਗਵਾਇਆ, ਦੁਰਤ ਤੋਂ ਭਾਵ ਹੈ ਜਿਹੜਾ ਕੋਈ ਭੂਤ ਪ੍ਰੇਤ ਗ੍ਰਹਿ ਪੀੜਾ ਦਾ ਕਸ਼ਟ ਆਇਆ ਹੋਇਆ ਸੀ, ਉਹ ਹੁਣ ਗਵਾ ਦਿੱਤੇ। ਕੋਈ ਬਿਮਾਰੀ ਦਾ ਵੀ ਪ੍ਰਕੋਪ ਹੁੰਦਾ, ਜਿਵੇਂ ਹੁਣ ਕਰੋਨੇ ਨੇ ਸਭ ਦੁਨੀਆ ਨੂੰ ਡਰਾ ਦਿੱਤਾ ਸੀ, ਇਹਨੂੰ ਦੁਰਤ ਕਹਿੰਦੇ ਨੇ। ਜਾਂ ਦੂਜਾ ਅਰਥ ਜਿਹੜਾ ਦੁਸ਼ਟਰ ਪ੍ਰਭਾਵ ਸੀ, ਜਿਸ ਨੂੰ ਜਰਨਾ ਔਖਾ ਸੀ, ਉਹ ਆਪ ਹੀ ਵਾਹਿਗੁਰੂ ਪਰਮੇਸ਼ਰ ਨੇ ਉਹ ਪਾਪ, ਉਹ ਪ੍ਰਕੋਪ, ਉਹ ਵਿਖੜਾ ਪ੍ਰਭਾਵ ਉਹ ਆਪ ਹੀ ਨਾਸ਼ ਕਰ ਦਿੱਤਾ ਹੈ। ਸਭ ਸੰਸਾਰ ਉਹ ਬਾਰਿਆ ਤੇ ਸਾਰੇ ਸੰਸਾਰ ਨੂੰ ਵਾਹਿਗੁਰੂ ਪਰਮੇਸ਼ਰ ਨੇ ਬਚਾ ਲਿਆ। ਉਸ ਵੇਲੇ ਕੋਈ ਮਹਾਮਾਰੀ ਸਾਰੇ ਸੰਸਾਰ ਵਿੱਚ ਫੈਲੀ ਹੋਵੇਗੀ, ਜਿਸ ਵੇਲੇ ਸਤਿਗੁਰੂ ਨੇ ਸ਼ਬਦ ਉਚਾਰੇ, ਦੁਰਤ ਗਵਾਇਆ ਹਰ ਪ੍ਰਭ ਆਪੇ, ਸਭ ਸੰਸਾਰ ਉਹ ਬਾਰਿਆ। ਦੁਰਤ ਦਾ ਅਰਥ ਪਾਪ ਵੀ ਕੀਤਾ ਵਿਦਵਾਨਾਂ ਨੇ। ਉਸ ਵਾਹਿਗੁਰੂ ਨੇ ਆਪ ਹੀ ਇਹ ਪਾਪ ਤੇ ਪਸ਼ਚਾਤਾਪ ਇਹ ਗਵਾ ਦਿੱਤਾ ਹੈ ਤੇ ਸਾਰੇ ਸੰਸਾਰ ਨੂੰ ਵਾਹਿਗੁਰੂ ਨੇ ਬਚਾ ਲਿਆ। ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਆਪਣਾ ਬਿਰਦ ਸਮਾਰਿਆ। ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਪ੍ਰਭ ਸਭ ਸਰਬ ਸ਼ਕਤੀਮਾਨ ਜੋ ਅਕਾਲ ਪੁਰਖ ਹੈ, ਉਸ ਨੇ ਕਿਰਪਾ ਧਾਰਨ ਕੀਤੀ, ਆਪਣਾ ਬਿਰਦ ਸੰਭਾਰਿਆ। ਉਸ ਨੇ ਆਪਣਾ ਬਿਰਦ ਦਾ ਅਰਥ ਹੈ ਧਾਰਮਿਕ ਨਿਯਮ। ਇਹ ਅਰਥ ਮਹਾਂਪੁਰਖ ਸੰਕੀਰਤੀ ਅਰਥ ਕਰਦੇ ਸਨ। ਆਪਣਾ ਧਾਰਮਿਕ ਨਿਯਮ ਸੰਭਾਲਿਆ। ਧਾਰਮਿਕ ਨਿਯਮ ਕੀ ਸੀ ਵਾਹਿਗੁਰੂ ਦਾ? ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸੁਆਮੀ ਸੰਦਾ। ਇਹ ਆਪਣਾ ਧਾਰਮਿਕ ਨਿਯਮ ਸੰਭਾਲਿਆ। ਦੂਜਾ ਬਿਰਦ ਦਾ ਅਰਥ ਨਵੇਂ ਵਿਦਵਾਨਾਂ ਨੇ ਕਦੀਮੀ ਸੁਭਾਅ ਵੀ ਕੀਤਾ। ਕਦੀਮੀ ਸੁਭਾਅ, ਉਸ ਵਾਹਿਗੁਰੂ ਦਾ ਕਦੀਮੀ ਸੁਭਾਅ ਇਹ ਹੈ, ਜਿਵੇਂ ਭਗਤ ਕਬੀਰ ਜੀ ਨੇ ਲਿਖਿਆ ਹੈ, ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤਨ ਰਾਖਸ ਤੇਤੇ। ਰਾ ਮਈਆ ਹੋਮ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ। ਇਹ ਵਾਹਿਗੁਰੂ ਦਾ ਬਿਰਦ ਹੈ, ਕਦੀਮੀ ਸੁਭਾਵ ਹੈ ਵੀ ਜੋ ਸ਼ਰਨ ਵਿੱਚ ਆ ਜਾਂਦਾ ਹੈ, ਔਗਣ ਕੀਤੀ ਹਰ ਨਾ ਚਿਤਾਰੇ। ਉਸ ਵਾਹਿਗੁਰੂ ਨੇ ਆਪਣੇ ਬਿਰਦ ਨੂੰ ਸੰਭਾਲਿਆ ਹੈ। ਹੋਈ ਰਾਜੇ ਰਾਮ ਕੀ ਰਖਵਾਲੀ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਉਸ ਰਾਜੇ ਰਾਮ, ਉਸ ਪਾਤਸ਼ਾਹ ਪ੍ਰਭੂ ਦੀ ਰਖਵਾਲੀ ਹੋਈ ਹੈ। ਭਾਵ ਉਸ ਵਾਹਿਗੁਰੂ ਪਰਮੇਸ਼ਰ ਨੇ ਸਾਰੇ ਸੰਸਾਰ ਦੀ, ਕੁੱਲ ਕਾਇਨਾਤ ਦੀ ਆਪ ਵਾਹਿਗੁਰੂ ਨੇ ਰੱਖਿਆ ਕੀਤੀ ਹੈ। ਸੁਖ ਸਹਿਜ ਆਨੰਦ ਗੁਣ ਗਾਵਹੁ, ਮਨ ਤਨ ਦੇਹ ਸੁਖਾਲੀ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਵੀ ਹੁਣ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਨ ਤਨ ਦੇਹ ਸੁਖਾਲੀ। ਸਾਡਾ ਭੌਤਿਕ ਸਰੀਰ ਵੀ, ਸੂਖਸ਼ਮ ਸਰੀਰ ਵੀ, ਕਾਰਨ ਸਰੀਰ ਵੀ, ਜਾਂ ਦੇਹ ਦਾ ਅਰਥ ਕਈਆਂ ਨੇ ਬੁੱਧੀ ਵੀ ਕੀਤਾ, ਉਹ ਵੀ ਸੁਖਾਲੀ ਹੋ ਗਈ ਹੈ। ਹੁਣ ਭਾਈ ਸੁਖ ਸਹਿਜ ਆਨੰਦ ਗੁਣ ਗਾਵੋ। ਤੁਸੀਂ ਸੁਖ ਸ਼ਾਂਤੀ ਪੂਰਵਕ ਤੇ ਬੜੇ ਆਨੰਦ ਦੇ ਨਾਲ, ਚਾਹੋ ਤੇ ਉਮਾਹ ਦੇ ਨਾਲ ਵਾਹਿਗੁਰੂ ਦੇ ਗੁਣ ਗਾਓ। ਭਾਵ ਵਾਹਿਗੁਰੂ ਦੀ ਸਿਫਤ ਸਲਾਹ ਕਰੋ, ਉਸ ਦਾ ਸ਼ੁਕਰੀਆ ਅਦਾ ਕਰੋ। ਪਤ ਤੇ ਉਦਾਹਰਨ ਸਤਿਗੁਰ ਮੇਰਾ, ਮੋਹਿ ਤਿਸ ਕਾ ਪਰਵਾਸਾ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਮੇਰਾ ਸਤਿਗੁਰੂ ਪਾਪੀਆਂ ਦਾ ਵੀ ਉਧਾਰ ਕਰਨ ਵਾਲਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਉਹਨਾਂ ਨੇ ਭੂਮੀਏ ਵਰਗੇ ਚੋਰਾਂ ਨੂੰ, ਸੱਜਣ ਵਰਗੇ ਠੱਗਾਂ ਤੇ ਪਖੰਡੀਆਂ ਨੂੰ, ਭੂਟਾਨ ਦੇਸ਼ ਦਾ ਰਾਜਾ ਸੀ ਜੋ ਬੜਾ ਵਿਕਾਰੀ ਤੇ ਵਿਭਚਾਰੀ ਤੇ ਹੰਕਾਰੀ ਸੀ,
ਉਹੋ ਜਿਹੇ ਬੰਦਿਆਂ ਦਾ, ਕੌਡੇ ਵਰਗੇ ਰਾਖਸ਼ਾਂ ਦਾ ਵੀ ਉਧਾਰ ਕਰ ਦਿੱਤਾ ਸੀ। ਇਉਂ ਮੇਰਾ ਸਤਿਗੁਰੂ ਪੱਥ ਤੋਂ ਉਦਾਹਰਣ, ਪਾਪੀਆਂ ਨੂੰ ਉਧਾਰਨ ਵਾਲਾ ਹੈ। ਮੋਹਿ ਤਿਸ ਕਾ ਪ੍ਰਵਾਸਾ ਪਾਈ, ਸਾਨੂੰ ਵੀ ਉਸ ਵਾਹਿਗੁਰੂ ਤੇ ਪੂਰਨ ਵਿਸ਼ਵਾਸ ਹੈ। ਬਖਸ਼ ਲਏ ਸਭ ਸੱਚੈ ਸਾਹਿਬ, ਸੁਣ ਨਾਨਕ ਕੀ ਅਰਦਾਸਾ। ਗਰੀਬਨ ਵਾਹਿ ਸਤਿਗੁਰੂ ਜੀ ਕਹਿੰਦੇ ਨੇ ਵੀ ਅਸੀਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਸੁਣ ਨਾਨਕ ਕੀ ਅਰਦਾਸਾ। ਉਸ ਵਾਹਿਗੁਰੂ ਨੇ ਸਾਡੀ ਅਰਦਾਸ ਬੇਨਤੀ ਨੂੰ ਧਿਆਨ ਦੇ ਨਾਲ ਸੁਣਿਆ। ਕਿਉਂ? ਮੋਹਿ ਤਿਸ ਕਾ ਪ੍ਰਵਾਸਾ, ਜਿਹਦਾ ਭਰੋਸਾ ਪਰਪੱਕ ਹੁੰਦਾ ਨਾ, ਉਹਦੀ ਅਰਦਾਸ ਪੂਰੀ ਹੁੰਦੀ ਹੈ। ਜਿਹਦਾ ਭਰੋਸਾ ਹੀ ਪਰਪੱਕ ਨਹੀਂ ਹੁੰਦਾ, ਉਹਦੀ ਅਰਦਾਸ ਵੀ ਪ੍ਰਵਾਨ ਨਹੀਂ ਹੁੰਦੀ। ਭਰੋਸਾ ਪਹਿਲਾਂ ਮੋਹਿ ਤਿਸ ਕਾ ਪ੍ਰਵਾਸਾ, ਜੇ ਅਸੀਂ ਭਰੋਸਾ ਰੱਖਾਂਗੇ ਗੁਰੂ ਤੇ, ਫਿਰ ਸਾਡੀ ਅਰਦਾਸ ਪ੍ਰਵਾਨ ਹੁੰਦੀ ਹੈ। ਹਾਜ਼ੂਰ ਕਹਿੰਦੇ ਸਾਡੀ ਅਰਦਾਸ ਨੂੰ ਸੁਣ ਕੇ ਬਖਸ਼ ਲਏ ਸਭ ਸੱਚਾ ਸਾਹਿਬ। ਉਹ ਸੱਚੇ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਭਾਈ ਸਾਰਿਆਂ ਨੂੰ ਹੀ ਬਖਸ਼ ਲਿਆ, ਸਾਰੇ ਸੰਸਾਰ ਦੇ ਜੀਵਾਂ ਨੂੰ ਹੀ ਬਖਸ਼ ਲਿਆ, ਸਾਰਿਆਂ ਨੂੰ ਰੋਗ ਸੋਗ ਤੋਂ ਮੁਕਤੀ ਪ੍ਰਦਾਨ ਕਰ ਦਿੱਤੀ। ਕਿਉਂ? ਜਦੋਂ ਵਾਹਿਗੁਰੂ ਚਾਹੇ ਉਹ ਸਾਰੇ ਸੰਸਾਰ ਦੇ ਕਸ਼ਟ ਨੂੰ ਮਿੰਟਾਂ ਸਕਿੰਟਾਂ ਵਿੱਚ ਹੀ ਨਾਸ਼ ਕਰ ਸਕਦਾ। ਇਸ ਵਾਸਤੇ ਜਦੋਂ ਵੀ ਕੋਈ ਕਸ਼ਟ ਆਵੇ, ਚਾਹੇ ਸਰੀਰਕ ਤੌਰ ਤੇ, ਚਾਹੇ ਮਾਨਸਿਕ ਤੌਰ ਤੇ, ਚਾਹੇ ਕਿਸੇ ਬਿਮਾਰੀ ਦੇ ਕਾਰਨ, ਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਜ਼ਰੂਰ ਕਰਨੀ ਚਾਹੀਦੀ ਹੈ। ਫਿਰ ਉਹਦੇ ਨਾਲ ਰੋਗ ਸੋਗ ਤੋਂ ਛੁਟਕਾਰਾ ਪ੍ਰਾਪਤ ਹੁੰਦਾ ਹੈ। ਪਰ ਨਾਲ ਗੁਰੂ ਤੇ ਭਰੋਸਾ ਵੀ ਹੋਣਾ ਜ਼ਰੂਰੀ ਹੈ। ਭਰੋਸੇ ਤੋਂ ਬਿਨਾਂ ਕੀਤੀ ਅਰਦਾਸ ਸਫਲ ਨਹੀਂ ਹੁੰਦੀ। ਇਸੇ ਲਈ ਹਜ਼ੂਰ ਕਹਿੰਦੇ ਮੈਨੂੰ ਤੇਰਾ ਭਰੋਸਾ ਸੀ ਤੇ ਇਸੇ ਲਈ ਅਸੀਂ ਅਰਦਾਸ ਕੀਤੀ ਹੈ, ਤੇ ਹੁਣ ਤੂੰ ਸੁਣ ਲਈ ਹੈ, ਤੇ ਹੁਣ ਹੋਈ ਰਾਜੇ ਰਾਮ ਕੀ ਰਖਵਾਲੀ। ਹੁਣ ਸਭ ਤਰ੍ਹਾਂ ਨਾਲ ਵਾਹਿਗੁਰੂ ਪਰਮੇਸ਼ਰ ਵੱਲੋਂ ਸਾਰਿਆਂ ਦੀ ਰੱਖਿਆ ਹੋਈ ਹੈ, ਹਿਫਾਜ਼ਤ ਹੋਈ ਹੈ। ਉਸ ਵਾਹਿਗੁਰੂ ਪਰਮੇਸ਼ਰ ਨੇ ਸਭ ਦੀ ਰੱਖਿਆ ਕੀਤੀ ਹੈ ਤੇ ਸਾਰਿਆਂ ਨੂੰ ਬਖਸ਼ ਲਿਆ, ਮਾਫ ਕਰ ਦਿੱਤਾ ਹੈ। ਇਹ ਹੈ ਪਾਵਨ ਸ਼੍ਰੀ ਮੁਖ ਵਾਕ ਦੀ ਕਥਾ ਵਿਚਾਰ ਜੋ ਸੰਗਤਾਂ ਨੇ ਸਰਵਣ ਕੀਤੀ ਹੈ। ਹੁਣ ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਲਈ ਸੰਗਤਾਂ ਨੇ ਖਿਮਾ ਕਰਨਾ। ਪਤਤ ਉਦਾਹਰਣ ਸਤਿਗੁਰ ਮੇਰਾ, ਮੋਹਿ ਤਿਸ ਕਾ ਪਰਵਾਸਾ। ਬਖਸ਼ ਲਏ ਸਭ ਸੱਚੈ ਸਾਹਿਬ, ਸੁਣ ਨਾਨਕ ਕੀ ਅਰਦਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।